हैगा सिरजनहार जिन पैदाइश तू किया सोई दे आधार। कुदरत की मना जानिए बड़ा बेपरवाह हो। कर बंदे तू बंदगी जिचर कट में साहो। कर बंदे तू बंदगी जिचर कट में साहो। गुरु रूप गुरु प्यारी साध संगत जी, ज्ञान दे सागर ब्रह्मंड दे बादशाह धन धन श्री गुरु ग्रंथ साहिब जी महाराज, तिन्हां दी अपार बख्शिश हुई है। रोजाना ही आपां गुरु जी के सोहने दरबार दियां हाजरियां भर के गुरु जी की बाणी दे अगम्मी रस नूं माणदे हां। सुआओ गुरु जी दियां असीसां लैंदे होए गुरमत विचार की आरंभता तो प्रथम प्यार सहित आखो जी वाहिगुरु जी का खालसा वाहिगुरु जी की फतेह। अज दा पावन हुक्मनामा चौथे गुरु नानक जी गुरु रामदास जी महाराज उन्हां दी रसना तो गाया होया है, जो कि तलंग राग दे विच 725 अंग तो आरंभ हो के 726 अंग ते समाप्त हो जाता है। गुरु जी ने इस शब्द अंदर गुरु जी की अहमियत बारे गुरसिखां की अहमियत बारे दस्या है। गुरु की सेवा तो किवें गुरमुख निस्तारा पाउंदे ने, किवें उहदे जिहड़े जन ने प्रवान हो जाते ने, किवें गुरु का सिख गुरु तो सदके जाता है। गुरु दे दसे मार्ग ते चलना ही दुनिया का सब तो वड्डा पुण्य है। जो पान सुपारियां खांदे ने, मुख ते बीड़ियां लाउंदे ने, कदे नहीं जो रब नूं याद करदे, उन्हां दी जिंदगी इत्थे नरक वांग हुंदी है। ते जो वाहिगुरु करदा है, जो उहनूं गल चंगी लगदी है, उहनूं गुरसिख सत करके मन लैंदे ने। वो कहंदे ने जो तुद भावै साई भली कार, तू सदा सलामत निरंकार। जो तिस भावै नानका साई गल चंगी। ये वाली अवस्था उन्हां दी संगत विचों बनदी है, ये गुरु जी ने दस्या है। सुआओ आपां बड़े विस्तार दे नाल इहदी विचार करनी है। तलंग महला चौथा। तलंग राग दे विच चौथे पातशाह तो भाव गुरु रामदास जी की बाणी है। हर कियां कथा कहानियां गुरमीत सुनाइयां, बलहारी गुर अपने गुर को बल जाइया। गुरु रामदास जी कहते परमात्मा दे संबंध विच कथा कहानियां ये मेरे मित्र रूप गुरु ने
ਗੁਰੂ ਰੂਪ ਮਿੱਤਰ ਨੇ ਮੈਨੂੰ ਸੁਣਾਈਆਂ ਨੇ। ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਬਲ ਬਲ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਟੋਟੇ ਟੋਟੇ ਹੋ ਕੇ, ਜਿਹਨੇ ਮੈਨੂੰ ਪਰਮਾਤਮਾ ਦੇ ਸੰਬੰਧ ਵਿੱਚ ਇਹ ਗਥਾਵਾਂ, ਇਹ ਕਥਾ, ਇਹ ਕਹਾਣੀਆਂ ਸੁਣਾਈਆਂ ਨੇ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਗੁਰੂ ਰੂਪੀ ਮਿੱਤਰ ਨੇ ਮੈਨੂੰ, ਗੁਰੂ ਨੇ ਮਿੱਤਰ ਬਣ ਕੇ ਸੁਣਾਈਆਂ ਨੇ। ਇਹਨਾਂ ਕਥਾਵਾਂ ਨੂੰ, ਇਹਨਾਂ ਕਹਾਣੀਆਂ ਨੂੰ, ਇਹਨਾਂ ਗੱਲਾਂ ਨੂੰ ਸੁਣ ਕੇ ਮੇਰਾ ਜਿਹੜਾ ਜੀਵਨ ਹੈ ਉਹਦੇ ਵਿੱਚ ਬਹੁਤ ਬਦਲਾਵ ਆ ਗਿਆ। ਪਹਿਲਾਂ ਮੈਂ ਕ੍ਰੋਧੀ ਸੀ, ਹੁਣ ਮੈਂ ਸਹਿਜ ਵਿੱਚ ਆ ਗਿਆ। ਪਹਿਲਾਂ ਮੈਂ ਲੋਭੀ ਸੀ, ਗੁਰੂ ਦੀਆਂ ਸਾਖੀਆਂ ਸੁਣ ਕੇ ਮੈਂ ਸੰਤੋਖੀ ਹੋ ਗਿਆ। ਪਹਿਲਾਂ ਮੇਰੇ 'ਚ ਹਉਮੈ ਸੀ, ਮੇਰੇ 'ਚ ਮੈਂ ਸੀ, ਹੁਣ ਮੇਰੇ 'ਚ ਸੁਣ ਸੁਣ ਕੇ ਗੁਰੂ ਦੀਆਂ ਸਾਖੀਆਂ, ਪਰਮਾਤਮਾ ਦੀਆਂ ਕਹਾਣੀਆਂ, ਨਿਮਰਤਾ ਆ ਗਈ ਆ। ਕੁਲ ਕਹਿਆ ਕੁਲ ਆਲਮ ਹੋਇਆ, ਹੁਕਮ ਹੋਇਆ ਕੁਝ ਗਾਓ, ਆਪੋ ਆਪਣੀ ਬੋਲੀ ਵਿੱਚ ਦਿਲ ਦਾ ਹਾਲ ਸੁਣਾਓ। ਇਹ ਸੁਣ ਇੱਕ ਬੱਕਰੇ ਨੇ ਮੈਂ ਕੀਤੀ। ਸਭ ਤੋਂ ਪਹਿਲਾਂ ਫਿਰ ਖੁਦਾ ਜੀ ਬੋਲੇ, ਕਹਿੰਦੇ ਸਭ ਤੋਂ ਪਹਿਲਾਂ ਇਸ ਮੈਂ ਤੇ ਛੁਰੀ ਟਿਕਾਓ। ਪਰਮਾਤਮਾ ਦੀ ਸਭਾ ਸਜੀ ਹੋਈ ਸੀ, ਸਾਰੇ ਜੀ ਜੰਤ ਉਹਦੇ ਵਿੱਚ ਇਕੱਠੇ ਹੋਏ ਸਨ। ਇੱਕ ਨਿੱਕਾ ਜਿਹਾ ਬੋਟ ਵੀ, ਪੰਛੀ ਵੀ। ਕੁਲ ਕਹਿਆ ਕੁਲ ਹਾਕਮ ਹੋਇਆ, ਹੁਕਮ ਹੋਇਆ ਕੁਝ ਗਾਓ। ਰੱਬ ਜੀ ਕਹਿੰਦੇ ਸਾਰਿਆਂ ਨੂੰ, ਤੁਸੀਂ ਆਪੋ ਆਪਣੀ ਬੋਲੀ ਵਿੱਚ ਦਿਲ ਦਾ ਹਾਲ ਸੁਣਾਓ। ਸਾਰੇ ਪੰਛੀਆਂ ਨੂੰ, ਜੀਆਂ ਨੂੰ ਕਿਹਾ। ਇਹ ਸੁਣ ਇੱਕ ਬੱਕਰੇ ਨੇ ਮੈਂ ਕੀਤੀ। ਇਹ ਸੁਣ ਕੇ ਨਾ ਇੱਕ ਬੱਕਰੇ ਨੇ ਮੈਂ ਆਵਾਜ਼ ਦਿੱਤੀ ਆ। ਰੱਬ ਜੀ ਕਹਿਣ ਲੱਗੇ ਸਭ ਤੋਂ ਪਹਿਲਾਂ ਫਿਰ ਮੈਂ ਤੇ ਛੁਰੀ ਟਿਕਾਓ। ਸਭ ਤੋਂ ਪਹਿਲਾਂ ਕਹਿੰਦੇ ਜਿਹੜਾ ਬਾਹਲਾ ਮੈਂ ਕਰਦਾ ਉਹਦਾ ਹੀ ਗਲਾ ਕੱਟ ਦਿਓ। ਇਹ ਬਹੁਤ ਮੈਂ ਕਰਦਾ ਹੈ। ਇਹ ਸੁਣ ਇੱਕ ਨਿਕੜੀ ਜਿੰਦ ਮੈਂ ਨਾ ਬੋਲੀ। ਇੱਕ ਨਿੱਕਾ ਜਿਹਾ ਬੋਟ ਸੀ, ਪੰਛੀ ਸੀ, ਪਰਮਾਤਮਾ ਦੀ ਸਭਾ 'ਚ ਮਹਾਂਪੁਰਸ਼ਾਂ ਨੇ ਸਮਝਾਉਣ ਲਈ ਇਹ ਗਾਥਾ ਲਿਖੀ ਹੈ। ਇਹ ਸੁਣ ਇੱਕ ਨਿਕੜੀ ਜਿੰਦ ਮੈਂ ਨਾ ਬੋਲੀ। ਇੱਕ ਨਿੱਕਾ ਜਿਹਾ ਬੋਟ, ਪੰਛੀ ਕਹਿੰਦਾ ਮੈਂ ਨਹੀਂ, ਮੈਂ ਕੁਝ ਵੀ ਨਹੀਂ ਹਾਂ। ਇਹ ਬੋਲਿਆ ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਐ ਸਭ ਤੇ ਉੱਚਾ। ਦੁਨੀਆ 'ਚ ਕੁਝ ਐਸੇ ਬੰਦੇ ਨੇ ਜਿਹੜੇ ਕਹਿੰਦੇ ਨੇ ਮੈਂ ਬਹੁਤ ਕੁਝ ਹਾਂ, ਮੈਂ ਬਹੁਤ ਕੁਝ ਹਾਂ। ਗੁਰੂ ਸਾਹਿਬ ਜੀ ਕਹਿੰਦੇ ਕੱਖ ਵੀ ਨਹੀਂ ਹੁੰਦੇ ਉਹ। ਦੁਨੀਆ ਵਿੱਚ ਕੁਝ ਐਸੇ ਇਨਸਾਨ ਨੇ ਜੋ ਕਹਿੰਦੇ ਨੇ ਮੈਂ ਕੁਝ ਨਹੀਂ ਹਾਂ, ਮੈਂ ਕੁਝ ਨਹੀਂ ਹਾਂ, ਉਹੀ ਸਭ ਕੁਝ ਹੁੰਦੇ ਨੇ। ਮੈਂ ਕੁਝ ਨਹੀਂ ਹਾਂ ਜੋ ਕਹਿੰਦੇ ਨੇ ਉਹ ਸਭ ਕੁਝ ਹੋ ਜਾਂਦੇ ਨੇ। ਸੋਈ ਅਜਾਣ ਕਹਿ ਮੈਂ ਜਾਨਾ, ਜਾਣਨ ਹਾਰ ਨਾ ਸ਼ਾਨਾ ਰੇ। ਜਿਹੜੇ ਕਹਿੰਦੇ ਮੈਂ ਬਹੁਤ ਜਾਣਦਾ ਤੇ ਉਹ ਕੱਖ ਵੀ ਨਹੀਂ ਜਾਣਦਾ। ਆਪਸ ਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕਟ ਨਾ ਆਵੇ। ਰੂਹੇ ਜ਼ਮੀਨ ਤੇ ਦੇਖਿਆ ਜਾਵੇ, ਸਾਰੇ ਲੋਕ ਕਹਿੰਦੇ ਨੇ ਮੈਂ ਭਲਾ, ਮੈਂ ਚੰਗਾ ਹਾਂ। ਰੂਹੇ ਜ਼ਮੀਨ ਤੇ ਇੱਕ ਹੀ ਗੁਰੂ ਹੈ, ਇੱਕ ਹੀ ਰਹਿਬਰ ਹੈ, ਗੁਰੂ ਨਾਨਕ ਸਾਹਿਬ ਜੀ ਦੀ ਜੋਤ। ਜਿਹੜੇ ਕਹਿੰਦੇ ਨੇ ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਗੁਰੂ ਨਾਨਕ ਕਹਿੰਦੇ ਮੈਂ ਤਾਂ ਸਾਰਿਆਂ ਤੋਂ ਬੁਰਾ ਹਾਂ। ਇੰਨੀ ਨਿਮਰਤਾ ਦੇ ਨਾਲ ਹਮ ਨਹੀਂ ਚੰਗੇ, ਮੇਰੇ ਵਰਗਾ ਦੁਨੀਆ 'ਚ ਕੋਈ ਬੁਰਾ ਨਹੀਂ, ਦੁਨੀਆ ਦੇ ਲੋਕਾਂ ਵਰਗਾ ਕੋਈ ਚੰਗਾ ਨਹੀਂ, ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਜੋ ਇੱਦਾਂ ਆਪਣੇ ਆਪ ਨੂੰ ਨੀਵਾਂ ਕਹਾਉਂਦਾ ਹੈ, ਗੁਰੂ ਮਹਾਰਾਜ ਦੀਆਂ ਝੋਲੀਆਂ ਭਰ ਦਿੰਦੇ ਨੇ। ਜੋ ਗੁਰੂ ਨਾਨਕ ਦੀਆਂ ਸਾਖੀਆਂ ਸੰਗਤ ਨੂੰ ਸੁਣਾਉਂਦਾ ਹੈ, ਗੁਰੂ ਨਾਨਕ ਉਹਦੀਆਂ ਝੋਲੀਆਂ ਭਰ ਦਿੰਦਾ ਹੈ।
ਜੋ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਨੂੰ ਪਿਆਰ ਦੇ ਨਾਲ ਪੜ੍ਹ ਕੇ ਸੰਗਤਾਂ 'ਚ ਰੱਖਦਾ ਹੈ, ਕਲਗੀਆਂ ਵਾਲਾ ਸੱਚੇ ਪਾਤਸ਼ਾਹ, ਤੇ ਉਹਨੂੰ ਉਹ ਅਗੰਮੀ ਰਸ ਬਖਸ਼ਦਾ ਹੈ ਜਿਹੜਾ ਪੈਸੇ ਨਾਲ ਕਦੇ ਵੀ ਨਹੀਂ ਖਰੀਦਿਆ ਜਾ ਸਕਦਾ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਮੇਰੇ ਗੁਰੂ ਨੇ, ਮੇਰੇ ਗੁਰਸਿੱਖਾਂ ਨੇ ਗੁਰੂ ਦੀਆਂ ਸਾਖੀਆਂ ਮੈਨੂੰ ਜਦੋਂ ਸੁਣਾਈਆਂ ਨੇ, ਉਦੋਂ ਮੇਰੀ ਜ਼ਿੰਦਗੀ ਬਦਲੀ ਆ। ਭਾਵ ਕਿ ਸੁਣਨ 'ਤੇ ਖੜਾ ਹੈ ਧਰਮ। ਸੁਣਿਐ ਸਿੱਧ ਪੀਰ ਸੁਰਨਾਥ, ਪਹਿਲੀ ਪੌੜੀ ਹੋ ਗਈ ਜਪਜੀ ਸਾਹਿਬ ਦੀ। ਸੁਣਿਐ ਈਸਰ ਬਰਮਾ ਇੰਦ, ਇਹ ਸੁਣਨ ਦੀ ਦੂਜੀ ਪੌੜੀ ਆ। ਸੁਣਿਐ ਸਤ ਸੰਤੋਖ ਗਿਆਨ, ਤੀਜੀ ਪੌੜੀ ਆ। ਸੁਣਿਐ ਸਰਾ ਗੁਣਾ ਕੇ ਗਾ, ਚੌਥੀ ਪੌੜੀ। ਗੁਰੂ ਨੇ ਸੁਣਨ ਨੂੰ ਬੜੀ ਅਹਿਮੀਅਤ ਦਿੱਤੀ ਹੈ ਪਿਆਰਿਓ। ਸਾਧ ਸੰਗਤ ਵਿੱਚ ਆ ਕੇ ਗੁਰੂ ਨੂੰ ਸੁਣਨਾ ਇਵੇਂ ਬੜੇ ਧਿਆਨ ਦੇ ਨਾਲ, ਇੱਕ ਮਨ ਇੱਕ ਚਿੱਤ ਹੋ ਕੇ, ਇਹਦੇ ਨਾਲ ਬਦਲਾਵ ਆਵੇਗਾ ਹੀ ਆਵੇਗਾ। ਇਹ ਹੋਇਆ ਹੀ ਨਹੀਂ ਕਦੇ ਕਿ ਕੋਈ ਧਿਆਨ ਦੇ ਨਾਲ ਸੁਣੇ ਤੇ ਉਹਦੀ ਜ਼ਿੰਦਗੀ ਬਦਲੀ ਨਾ ਹੋਵੇ। ਹਾਂ, ਇਹ ਜ਼ਰੂਰ ਹੋਇਆ, ਕੋਈ ਗੁਰੂ ਦੁਆਰੇ ਆਇਆ, ਉਹਨੇ ਗੁਰੂ ਨੂੰ ਸੁਣਿਆ ਤਾਂ ਸੀ ਪਰ ਉਹਦਾ ਧਿਆਨ ਨਹੀਂ ਸੀ, ਉਹ ਨਹੀਂ ਬਦਲੇਗਾ। ਪਰ ਜਿਹੜਾ ਆਵੇਗਾ, ਸੁਣੇਗਾ, ਸੁਣ ਸੁਣ ਕੇ ਤੁਸੀਂ ਇੱਕ ਦਿਨ ਬਦਲ ਜਾਵੋਗੇ। ਇਹ ਗੁਰੂ 'ਤੇ ਭਰੋਸਾ ਹੈ, ਆਪਣਾ ਕੋਈ ਮਾਣ ਨਹੀਂ, ਪਰ ਗੁਰੂ ਮਹਾਰਾਜ 'ਤੇ ਮੈਨੂੰ ਪੂਰਾ ਭਰੋਸਾ। ਜੋ ਇਹਨੂੰ ਸੁਣੇਗਾ ਉਹ ਜ਼ਰੂਰ ਬਦਲੇਗਾ। ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਤੋਂ ਸਦਕੇ ਜਾਈਏ। ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਅੱਗੇ ਗੁਰਸਿੱਖਾਂ ਦੀ ਅਹਿਮੀਅਤ ਹੈ। ਗੁਰੂ ਰਾਮਦਾਸ ਜੀ ਕਹਿੰਦੇ, ਹੇ ਮੇਰੇ ਗੁਰੂ ਦੇ ਸਿੱਖ, ਤੂੰ ਆ ਕੇ ਮੈਨੂੰ ਮਿਲਿਆ ਕਰ। ਮੈਨੂੰ ਹੋਰ ਬਹੁਤ ਲੋਕ ਮਿਲਦੇ ਨੇ, ਉਹ ਇੱਧਰੋਂ ਉੱਧਰੋਂ ਗੱਲਾਂ ਜਿਹੀਆਂ ਕਰਕੇ ਟਾਲ ਮਟੋਲਿਆਂ 'ਚ ਲੰਘਾ ਦਿੰਦੇ ਨੇ ਜ਼ਿੰਦਗੀ। ਮੇਰੇ ਗੁਰਸਿੱਖ ਤੂੰ ਮੈਨੂੰ ਮਿਲ, ਮੈਨੂੰ ਆ ਕੇ ਕੁਝ ਗੁਰੂ ਬਾਰੇ ਦੱਸ, ਮੈਨੂੰ ਆ ਕੇ ਗੁਰੂ ਬਾਰੇ ਕੁਝ ਕਹਿ, ਉਹਦੇ ਨਾਲ ਮੇਰੀ ਜ਼ਿੰਦਗੀ ਬਦਲਣੀ ਹੈ। ਪਿਆਰੇ ਰਹਾਉ ਠਹਿਰਾਓ ਦੇ ਕੇ ਕਹਿੰਦੇ ਨੇ, ਹਰ ਕੇ ਗੁਣ ਹਰ ਭਾਮ ਦੇ ਸੇ ਗੁਰੂ ਤੇ ਪਾਏ, ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਜਾਏ। ਜਿਨ੍ਹਾਂ ਨੇ ਗੁਰੂ ਨਾਨਕ ਦਾ ਬਚਨ ਕਮਾਲਿਆ, ਉਹਨਾਂ ਤੋਂ ਵੀ ਮੈਂ ਘੁੰਮ ਜਾਂਦਾ ਹਾਂ। ਭਾਵ ਕਿ ਉਹਨਾਂ ਦੀ ਪਰਿਕਰਮਾ ਕਰਦਾ ਹਾਂ, ਉਹਨਾਂ ਤੋਂ ਵੀ ਸਦਕੇ ਜਾਂਦਾ ਹਾਂ। ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਕੇਸ ਦਾੜ੍ਹੀ ਰੱਖਣ ਦੇ ਨਾਲ, ਦਸਤਾਰ ਬੰਨ੍ਹਣ ਦੇ ਨਾਲ, ਸਿਰ 'ਤੇ ਚੁੰਨੀ ਲੈਣ ਦੇ ਨਾਲ ਕੋਈ ਸਿੱਖ ਨਹੀਂ ਹੋ ਜਾਂਦਾ ਪਿਆਰਿਓ। ਸਿੱਖ ਹੋਣਾ ਬਹੁਤ ਔਖਾ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਸਿੱਖਿਆ ਤੋਂ ਕੋਈ ਸਿੱਖ ਬਣਦਾ ਹੈ। ਇਸ ਕਰਕੇ ਹਰ ਹਰ ਤੇਰਾ ਨਾਮ ਹੈ, ਦੁੱਖ ਮੇਟਣ ਹਾਰਾ, ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ। ਵਾਹਿਗੁਰੂ ਜੀ, ਤੇਰਾ ਨਾਮ ਦੁੱਖਾਂ ਨੂੰ ਮੇਟ ਦਿੰਦਾ ਹੈ। ਦੁੱਖ ਨਹੀਂ ਲੱਗਦਾ। ਭਾਵ ਕਿ ਤੇਰੇ ਨਾਮ ਵਿੱਚ ਇੰਨੀ ਸ਼ਕਤੀ ਹੈ। ਦੁੱਖ ਤਾਂ ਆਉਣਗੇ ਨਾ, ਜ਼ਿੰਦਗੀ ਆ, ਆਉਣਗੇ, ਸੁੱਖ ਵੀ ਆਉਣਗੇ, ਦੁੱਖ ਵੀ ਆਉਣਗੇ, ਪਰ ਦੁੱਖ ਲੱਗਦਾ ਹੀ ਨਹੀਂ। ਜਦੋਂ ਧਿਆਨ, ਜਦੋਂ ਸੁਰਤ ਤੇਰੇ ਅੰਦਰ ਟਿਕੀ ਹੋਵੇ। ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ, ਜੋ ਹਰ ਨਾਮ ਧਿਆਏਂਦੇ ਤੇ ਜਨ ਪਰਵਾਨਾ, ਤਿਨ ਵਿਟਹੁ ਨਾਨਕ ਵਾਰਿਆ ਸਦਾ ਕੁਰਬਾਨਾ। ਜੋ ਤੇਰੇ ਨਾਮ ਨੂੰ ਧਿਆਉਂਦੇ ਨੇ ਉਹ ਪ੍ਰਵਾਨ ਹੋ ਜਾਂਦੇ ਨੇ। ਪ੍ਰਵਾਨਾਂ ਦੇ ਅਰਥ ਇੱਥੇ ਨੇ ਕਬੂਲ ਹੋ ਜਾਣਾ, ਉਹ ਕਬੂਲ ਹੋ ਜਾਂਦੇ ਨੇ। ਤਿਨ ਵਿਟਹੁ ਨਾਨਕ ਵਾਰਿਆ ਸਦਾ ਕੁਰਬਾਨਾ। ਗੁਰੂ ਰਾਮਦਾਸ ਜੀ ਕਹਿੰਦੇ, ਮੈਂ ਸਦਕੇ ਜਾਂਦਾ ਜਿਨ੍ਹਾਂ ਨੇ ਤੇਰੇ ਨਾਮ ਨੂੰ ਧਿਆਇਆ ਹੈ ਤੇ ਕਬੂਲ ਵੀ ਹੋ ਗਏ ਨੇ। ਟਿੱਬਾ ਪੁੱਛੇ ਟੋਏ ਤਾਈ, ਤੈਂ ਕੀ ਕਰਮ ਕਮਾਏ, ਝਾਂਗਾ ਵੱਜੈ ਮੇਰੇ ਸਿਰ ਤੇ ਪਾਣੀ ਤੈ ਵੱਲ ਜਾਏ।
ਰਹੀਏ ਨੀਵੇਂ ਰਹੀਏ ਸਦਾ ਸੁਖਾਲੇ, ਰੁੱਖ ਹਨੇਰੀ ਡੇਗੀ ਜਾਵੇ, ਘਾਹ ਆਨੰਦ ਮਨਾਵੇ। ਇੱਕ ਕਵੀ ਦੀ ਕਵਿਤਾ ਹੈ, ਬੜੀ ਸੁੰਦਰ ਹੈ, ਇਹਦੇ ਨਾਲ ਤੁਸੀਂ ਹੋਰ ਸਮਝ ਜਾਣੋਗੇ। ਇਹਨਾਂ ਇੱਕ ਉਦਾਹਰਨ ਹੀ ਹੁੰਦੀਆਂ ਨੇ ਕਿ ਕਲੀਅਰ ਹੋ ਜੇ ਤੁਹਾਨੂੰ ਗੱਲ। ਸ਼ਬਦ ਦੀ ਕਥਾ ਹੋ ਜਾਵੇਗੀ, ਇਤਨੀ ਬਰੀਕ ਹੈ ਕਈ ਵਾਰੀ ਪੱਲੇ ਨਹੀਂ ਪੈਂਦੀ, ਹੋ ਜਾਵੇਗੀ, ਬਹੁਤ ਬਰੀਕ ਹੋ ਸਕਦੀ ਹੈ, ਕਈ ਵਾਰ ਸਾਨੂੰ ਸਮਝ ਨਹੀਂ ਆਉਂਦੀ। ਟਿੱਬਾ ਪੁੱਛੇ ਟੋਏ ਤਾਈਂ, ਟਿੱਬਾ ਟੋਏ ਨੂੰ ਪੁੱਛਦਾ ਹੈ, ਤੈਂ ਕੀ ਕਰਮ ਕਮਾਏ। ਟੋਏ ਨੂੰ ਕਹਿੰਦਾ ਤੂੰ ਕਿਹੜੇ ਕਰਮ ਕਮਾਲੇ ਨੇ, ਤੂੰ ਕਿਹੜੇ ਕਰਮ ਕਮਾਲੇ ਨੇ ਇਹੋ ਜਿਹੇ। ਝਾਂਗਾ ਵੱਜੇ ਮੇਰੇ ਸਿਰ 'ਤੇ ਪਾਣੀ ਤੈ ਵੱਲ ਜਾਏ, ਮੈਂ ਬੜਾ ਉੱਚਾ ਹਾਂ ਸਭ ਤੋਂ ਪਹਿਲਾਂ ਮੀਂਹ ਦਾ ਪਾਣੀ ਮੇਰੇ 'ਤੇ ਪੈਂਦਾ। ਪਰ ਕੀ ਗੱਲ ਆ, ਪਾਣੀ ਤੇਰੇ ਵੱਲ ਜਾਂਦਾ ਹੈ, ਮੇਰੇ 'ਤੇ ਤਾਂ ਟਿਕਦਾ ਹੀ ਨਹੀਂ। ਟਿੱਬਾ ਪੁੱਛੇ ਟੋਏ ਤਾਈਂ, ਤੈਂ ਕੀ ਕਰਮ ਕਮਾਏ। ਇਹੋ ਜਿਹੇ ਕਿਹੜੇ ਕਰਮ ਕਰ ਲਏ ਤੂੰ। ਗੁਰਸਿੱਖ ਇੰਨੇ ਸਹਿਜ ਹੁੰਦੇ ਨੇ, ਇੰਨਾ ਸਬਰ ਹੁੰਦਾ ਉਹਨਾਂ 'ਚ। ਆਪਾਂ ਕਹਿੰਦੇ ਇਹਨਾਂ ਨੇ ਪਤਾ ਨਹੀਂ ਕਿਹੋ ਜਿਹੇ ਕਰਮ ਨੇ, ਇੰਨੀ ਸ਼ਾਂਤੀ ਮਿਲਦੀ ਇਹਨਾਂ ਕੋਲੇ ਆ ਕੇ, ਇੰਨਾ ਸੁਭਾਅ ਇਹਨਾਂ ਦਾ ਚੰਗਾ ਹੈ, ਇਹ ਕਿੰਨੇ ਚੰਗੇ ਬੰਦੇ ਨੇ। ਤਾਂ ਉਹ ਵੀ ਪੁੱਛਦਾ, ਟਿੱਬਾ ਕਹਿੰਦਾ ਤੈਂ ਕੀ ਕਰਮ ਕਮਾਏ, ਤੂੰ ਕਿਹੜੇ ਕਰਮ ਕਮਾ ਲਏ। ਪਾਣੀ ਸਭ ਤੋਂ ਪਹਿਲਾਂ ਮੇਰੇ 'ਤੇ ਡਿੱਗਦਾ, ਬੂੰਦਾਂ ਮੀਂਹ ਦੀਆਂ, ਪਰ ਤੇਰੇ ਵੱਲ ਕਿਉਂ ਜਾਂਦਾ ਹੈ, ਤੇਰੇ ਵੱਲ ਕਿਉਂ ਜਾਂਦਾ ਹੈ, ਕਾਰਨ ਵੀ ਦੱਸ। ਉਹਨੇ ਜਵਾਬ ਦਿੱਤਾ, ਜਵਾਬ ਬੜਾ ਸੋਹਣਾ ਹੈ, ਕਹਿੰਦਾ ਫਿਰ ਸੁਣ ਤੂੰ ਜਵਾਬ। ਰਹੀਏ ਨੀਵੇਂ ਰਹੀਏ ਸਦਾ ਸੁਖਾਲੇ, ਪਤਾ ਤੇਰੇ 'ਤੇ ਪਾਣੀ ਕਿਉਂ ਨਹੀਂ ਟਿਕਦਾ, ਤੂੰ ਬਹੁਤ ਉੱਚਾ ਹੈ, ਬਹੁਤ ਉੱਚਾ ਹੈ। ਟਿੱਬੇ ਨੂੰ ਕਹਿ ਰਿਹਾ, ਮੈਂ ਬਹੁਤ ਨੀਵਾਂ ਹਾਂ, ਬਹੁਤ ਨੀਵਾਂ ਹਾਂ, ਪਾਣੀ ਮੇਰੇ ਵੱਲ ਆਪੇ ਹੀ ਆ ਜਾਂਦਾ, ਮੈਂ ਸੱਦਦਾ ਨਹੀਂ। ਜਿਹੜਾ ਨੀਵਾਂ ਬੰਦਾ ਹੋਵੇ ਨਾ, ਗੁਣ ਉਹਦੇ ਵੱਲ ਇਉਂ ਭੱਜੇ ਆਉਂਦੇ ਨੇ ਜਿਵੇਂ ਟਿੱਬੇ ਤੋਂ ਰੁੜ ਕੇ ਪਾਣੀ ਟੋਏ ਵੱਲ ਆਉਂਦਾ ਹੈ। ਪਿਆਰਿਓ, ਇਸ ਕਰਕੇ ਰਹੀਏ ਨੀਵੇਂ ਰਹੀਏ ਸਦਾ ਸੁਖਾਲੇ। ਜੇ ਤਾਂ ਸੁਖਾਲਾ ਰਹਿਣਾ ਹੈ ਤਾਂ ਨੀਵੇਂ ਹੋ ਜਾਓ। ਰੁੱਖ ਹਨੇਰੀ ਡੇਗੀ ਜਾਵੇ, ਘਾਹ ਆਨੰਦ ਮਨਾਵੇ। ਜਦੋਂ ਹਨੇਰੀ ਵਗਦੀ ਆ, ਸਭ ਤੋਂ ਪਹਿਲਾਂ ਰੁੱਖਾਂ ਨੂੰ ਸੁੱਟਦੀ ਆ, ਜਿਹੜੇ ਵੱਡੇ ਵੱਡੇ ਨੇ, ਘਾਹ ਨੂੰ ਥੋੜ੍ਹੀ ਸੁੱਟਦੀ। ਘਾਹ ਤਾਂ ਝੂਮਦਾ ਹੈ, ਝੰਡੇ ਵਾਂਗ ਲਹਿਰਾਉਂਦਾ ਹੈ। ਰੁੱਖ ਹਨੇਰੀ ਡੇਗੀ ਜਾਵੇ, ਘਾਹ ਆਨੰਦ ਮਨਾਵੇ। ਰਹੀਏ ਨੀਵੇਂ ਰਹੀਏ ਸਦਾ ਸੁਖਾਲੇ। ਕਈ ਵਾਰੀ ਅਸੀਂ ਇਹ ਕਹਿ ਦਿੰਦੇ ਹਾਂ, ਅੱਜ ਕੱਲ੍ਹ ਨੀਵਿਆਂ ਦਾ ਜ਼ਮਾਨਾ ਨਹੀਂ ਹੈਗਾ, ਭਲਿਆਈ ਦਾ ਜ਼ਮਾਨਾ ਨਹੀਂ ਹੈਗਾ। ਐਸੀ ਗੱਲ ਨਹੀਂ। ਜਿਹੜੀ ਗੱਲ ਨੀਵੇਂ ਰਹਿ ਕੇ ਤੁਹਾਨੂੰ ਮਿਲਣੀ ਆ ਨਾ, ਉਹ ਉੱਚੇ ਹੋ ਕੇ ਕਦੇ ਵੀ ਨਹੀਂ ਮਿਲ ਸਕਦੀ। ਨੀਵੇਂ ਹੋ ਕੇ ਜਿਹੜਾ ਸਬਰ ਹੈ ਪਿਆਰਿਓ, ਉੱਚੇ ਹੋ ਕੇ ਕਦਾ ਕਿਸੇ ਨੇ ਵੀ ਖੱਟਿਆ ਨਹੀਂ ਆ। ਗੁਰੂ ਨਾਨਕ ਜੀ ਦੇ ਜੀਵਨ ਦੀ ਇੱਕ ਗੱਲ ਹੈ, ਬਹੁਤ ਪਿਆਰੀ ਆ। ਉਹਨਾਂ ਨੇ ਆਖਿਆ, ਧਰ ਤਰਾਜੂ ਤੋਲੀਐ, ਨਿਵੈ ਸੋ ਗੌਰਾ ਹੋਏ। ਤਰਾਜੂ ਕਹਿੰਦੇ ਨੇ ਤੱਕੜੀ ਨੂੰ, ਕਹਿੰਦੇ ਤੁਸੀਂ ਇੱਕ ਤੱਕੜੀ ਲੈ ਲਵੋ। ਆਪਾਂ ਨੂੰ ਕਹਿ ਰਹੇ ਨੇ, ਉਹਦੇ ਦੋ ਪੱਲੜੇ ਹੁੰਦੇ ਨੇ, ਇੱਕ ਪੱਲੜੇ ਵਿੱਚ ਕੁਝ ਪਾ ਦਿਓ, ਇੱਕ ਪੱਲੜਾ ਖਾਲੀ ਛੱਡ ਦਿਓ। ਜਿਹੜੇ ਪੱਲੜੇ 'ਚ ਕੁਝ ਹੋਵੇਗਾ, ਤਰਾਜੂ ਤੱਕੜੀ ਦੇ, ਉਹਨੇ ਨੀਵਾਂ ਹੋ ਜਾਣਾ। ਜਿਹਦੇ 'ਚ ਕੁਝ ਨਹੀਂ ਹੋਣਾ, ਉਹਨੇ ਉੱਚਾ ਹੋ ਜਾਣਾ, ਉਹ ਤਾਂ ਨੂੰ ਹੋ ਜਾਊਗਾ। ਭਰੇ ਬੰਦੇ ਸਦਾ ਹੀ ਨੀਵੇਂ ਹੁੰਦੇ ਨੇ। ਗੁਣਾਂ ਦੇ ਨਾਲ ਭਰੇ ਹੋਏ ਬੰਦੇ ਸਦਾ ਹੀ ਨੀਵੇਂ ਹੁੰਦੇ ਨੇ। ਜਿਹੜੇ ਨੀਵੇਂ ਹੁੰਦੇ ਨੇ, ਉਹ ਗੁਣਾਂ ਦੇ ਨਾਲ ਭਰੇ ਹੁੰਦੇ ਨੇ। ਜਿਹੜੇ ਬੜੇ ਉੱਚੇ ਹੁੰਦੇ ਨੇ, ਆਪ ਸਕੋ ਜੋ ਜਾਣੇ ਉੱਚਾ, ਆਪ ਸਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕਟ ਨ ਆਵੇ। ਆਪ ਸਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਉਹ ਬੰਦੇ ਸਦਾ ਹੀ ਉੱਚੇ ਨੇ, ਜਿਹੜੇ ਅਸਲ 'ਚ ਤੁਹਾਨੂੰ ਲੱਗਦਾ ਨੀਵੇਂ ਨੇ। ਇਸ ਕਰਕੇ ਗੁਰੂ ਮਹਾਰਾਜ ਕਹਿ ਰਹੇ ਨੇ, ਰਹੀਏ ਨੀਵੇਂ ਰਹੀਏ ਸਦਾ ਸੁਖਾਲੇ। ਰੁੱਖ ਹਨੇਰੀ ਡੇਗੀ ਜਾਵੇ, ਘਾਹ ਆਨੰਦ ਮਨਾਵੇ।
ਮੀਂਹ ਆਉਂਦਾ, ਝੱਖੜ ਆਉਂਦਾ, ਹਨੇਰੀ ਆਉਂਦੀ, ਤੂਫਾਨ ਆਉਂਦਾ ਹੈ, ਰੁੱਖ ਡਿੱਗ ਪੈਂਦੇ ਨੇ, ਘਾਹ ਨਹੀਂ ਕਦੇ ਵੀ ਡਿੱਗਦਾ। ਘਾਹ ਤਾਂ ਝੂਮਦਾ ਹੈ, ਘਾਹ ਨੂੰ ਕੁਝ ਵੀ ਨਹੀਂ ਹੁੰਦਾ। ਪਤਾ ਕਿਉਂ ਨਹੀਂ ਹੁੰਦਾ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹ ਬੜਾ ਨੀਵਾਂ ਹੈ। ਉਹ ਰੁੱਖ ਜਿਹੜਾ ਅਸਮਾਨ ਨੂੰ ਛੂਹ ਰਿਹਾ ਸੀ, ਕਹਿੰਦਾ ਸੀ ਅਸਮਾਨ ਨੂੰ ਛੂਹਣਾ, ਉਹਦੀਆਂ ਜੜ੍ਹਾਂ ਸਭ ਤੋਂ ਪਹਿਲਾਂ ਉਖੜਦੀਆਂ ਨੇ, ਉਹ ਡਿੱਗ ਪੈਂਦਾ ਹੈ। ਤਾਂ ਤੁਸੀਂ ਜ਼ਿੰਦਗੀ ਵਿੱਚ ਥੋੜ੍ਹਾ ਥੋੜ੍ਹਾ ਆਪਣੇ 'ਚ ਨੀਵਾਂਪਣ ਲੈ ਕੇ ਆਓ। ਨੀਵਾਂਪਣ ਕਰੈਕਟਰ ਕਰਕੇ ਨਹੀਂ, ਆਪਦੀ ਹਉਮੈ ਨੂੰ ਕੱਟ ਕੇ ਕਹੋ ਮੈਂ ਕੁਝ ਵੀ ਨਹੀਂ ਹਾਂ, ਮੈਂ ਕੁਝ ਵੀ ਨਹੀਂ ਹਾਂ। ਸੁਕਰਾਤ ਜੀ ਹੋਏ ਯੂਨਾਨ ਦੇ ਵਿੱਚ ਪ੍ਰਸਿੱਧ ਫਿਲਾਸਫਰ, ਵਿਦਵਾਨ, ਕਹਿੰਦੇ ਨੇ ਜਿਹਨੇ ਸੁਕਰਾਤ ਨੂੰ ਨਹੀਂ ਪੜ੍ਹਿਆ ਉਹਨੇ ਕੀ ਪੜ੍ਹਿਆ? ਕੁਝ ਵੀ ਨਹੀਂ ਪੜ੍ਹਿਆ। ਜਿਹਨੇ ਸੁਕਰਾਤ ਨੂੰ ਸਮਝਿਆ ਨਹੀਂ, ਸੁਕਰਾਤ ਨੂੰ ਉਹਨੇ ਕੁਝ ਵੀ ਨਹੀਂ ਸਮਝਿਆ। ਇਹਦੇ ਜੀਵਨ ਦੀ ਇੱਕ ਘਟਨਾ ਮੈਂ ਪੜ੍ਹੀ, ਬੜੀ ਪਿਆਰੀ ਹੈ। ਬਚਪਨ ਦੇ ਵਿੱਚ ਕਹਿੰਦੇ ਹੁੰਦੇ ਸੀ, ਮਾਂ ਪਿਤਾ ਨੂੰ ਮੈਂ ਬੜਾ ਜਾਣਦਾ। ਦੋਸਤਾਂ 'ਚ ਜਦੋਂ ਹੁੰਦੇ ਸੀ, ਜਿਵੇਂ ਨਿਆਣੇ ਹੁੰਦੇ ਸੀ, ਕਹਿੰਦੇ ਬਚਪਨ ਵਿੱਚ ਮੈਂ ਕਹਿਣਾ ਮੈਂ ਬਹੁਤ ਕੁਝ ਜਾਣਦਾ, ਬਹੁਤ ਕੁਝ ਜਾਣਦਾ। ਜਵਾਨ ਹੋਇਆ ਜਦੋਂ ਮੈਂ, ਕਹਿੰਦੇ ਜਦੋਂ ਜਵਾਨੀ ਆਈ ਮੈਨੂੰ ਸਮਝ ਆਈ। ਬੱਚਿਆਂ 'ਚ ਸ਼ੇਖੀਆਂ ਮਾਰਦਾ ਸੀ, ਕਹਿੰਦਾ ਸੀ ਮੈਂ ਸਾਰਾ ਕੁਝ ਜਾਣਦਾ, ਸਾਰਾ ਕੁਝ ਜਾਣਦਾ। ਜਵਾਨੀ ਆਈ, ਜਵਾਨੀ ਵਿੱਚ ਕਿਹਾ ਕੁਝ ਹੈ ਜੋ ਮੈਂ ਨਹੀਂ ਜਾਣਦਾ, ਕੁਝ ਤਾਂ ਹੈ ਮੈਂ ਨਹੀਂ ਜਾਣਦਾ। ਬੁਢੇਪਾ ਆਇਆ, ਮੌਤ ਨੇੜੇ ਆਈ, ਕਹਿੰਦੇ ਮੈਂ ਦਾਅਵੇ ਨਾਲ ਕਹਿਣਾ ਸੁਕਰਾਤ ਕੱਖ ਵੀ ਨਹੀਂ ਜਾਣਦਾ। ਜਦੋਂ ਸਮਝ ਆਈ ਉਦੋਂ ਕਿਹਾ ਜਾਣਤੇ ਥੇ ਹਮ, ਜਾਣੇਗੇ ਇਲਮ ਸੇ ਕੁਝ। ਇਲਮ ਕਹਿੰਦੇ ਨੇ ਗਿਆਨ ਨੂੰ, ਜਾਣਾ ਤੋ ਜੇ ਜਾਣਾ ਨਾ ਜਾਣਾ ਕੁਛ। ਹਮ ਜਾਣਤੇ ਥੇ ਜਾਣेंगे इल्म से कुछ, पर जाना तो जे जाना कि ना जाना कुछ। कुछ भी नहीं जाने। जान जान के सुकरात ने एक गल जानी आ, कख भी नहीं जानिया, कख भी नहीं जानिया। ये बंदा ऐसा सी, इन्नी शांति सी ਇਹਦੇ ਵਿੱਚ। ਇੱਕ ਦਿਨ ਖੋਜ ਕਰ ਰਿਹਾ ਸੀ, ਘਰ ਵਿੱਚ ਬੈਠਾ ਅਭਿਆਸ ਕਰ ਰਿਹਾ ਸੀ। ਇਹਦੀ ਪਤਨੀ ਬੜੀ ਲੜਾਕੀ ਸੀ, ਗੁੱਸੇ ਵਾਲੀ ਸੀ, ਜਿੰਥਿਪੇ ਸੀ ਉਹਦਾ ਨਾਂ। ਉਹ ਬਹੁਤ ਸੁੰਦਰਤਾ ਸੀ ਉਹਦੇ 'ਤੇ, ਸੁਹੱਬਣ ਸੀ। ਸੁਕਰਾਤ ਸੋਹਣਾ ਨਹੀਂ ਸੀ, ਬੜਾ ਕੋਝਾ ਸੀ, ਪਰ ਸੁਕਰਾਤ ਅੰਦਰੋਂ ਬੜਾ ਸੋਹਣਾ ਸੀ। ਉਹ ਅੰਦਰੋਂ 'ਚ ਸ਼ਾਂਤੀ ਨਹੀਂ ਸੀ। ਇੱਕ ਦਿਨ ਪ੍ਰਾਂਤ ਧੋ ਰਹੀ ਸੀ, ਗੁੱਸਾ ਆ ਗਿਆ ਸੁਕਰਾਤ 'ਤੇ। ਦੋਸਤਾਂ 'ਚ ਬੈਠਾ ਸੀ, ਉਹਨੇ ਧੋਣ ਸਾਰਾ ਜਿਹੜਾ ਸੀ ਨਾ ਪ੍ਰਾਂਤ ਵਾਲਾ ਆਟੇ ਦਾ, ਸਾਰਾ ਲਿਆ ਕੇ ਸੁਕਰਾਤ ਦੇ ਸਿਰ 'ਚ ਪਾਤਾ। ਸੁਕਰਾਤ ਹੱਸ ਕੇ ਕਹਿਣ ਲੱਗਾ, ਕਹਿੰਦਾ ਸੁਣਿਆ ਸੀ ਗਰਜਨ ਵਾਲੇ ਕਦੇ ਬਰਸਦੇ ਨਹੀਂ ਹੁੰਦੇ ਬੱਦਲ। ਜਿਹੜੇ ਗਰਜਦੇ ਨੇ ਉਹ ਬਰਸਦੇ ਨਹੀਂ, ਅੱਜ ਵਰ ਵੀ ਪਿਆ। ਹੱਸ ਕੇ ਆਖਦਾ ਸੀ ਇਤਨੀ ਸ਼ਾਂਤੀ ਕਿੱਥੋਂ ਆ ਗਈ? ਬੰਦੇ ਦੇ ਸਿਰ ਵਿੱਚ ਕੋਈ ਧੋਣ ਪਾ ਦੇਵੇ ਪ੍ਰਾਂਤ ਵਾਲਾ, ਆਟੇ ਵਾਲਾ, ਤੇ ਬੰਦੇ 'ਚੋਂ ਤਾਂ ਅੱਗ ਨਿਕਲੇਗੀ ਨਾ। ਇਹ ਸਬਰ, ਇਹ ਸ਼ਾਂਤੀ ਪਰਮਾਤਮਾ ਦੀ ਇਬਾਦਤ ਵਿੱਚੋਂ ਮਿਲਦੀ ਹੈ। ਬੰਦਗੀ ਇੱਕ ਤਿਆਰ, ਇਹਨੂੰ ਕਹਿੰਦੇ ਨੇ ਰਹੀਏ ਨੀਵੇਂ, ਰਹੀਏ ਸਦਾ ਸੁਖਾਲੇ। ਰੁੱਖ ਹਨੇਰੀ ਡੇਗੀ ਜਾਵੇ, ਕਾ ਆਨੰਦ ਬਣਾਵੇ। ਦੋਸਤ ਪੁੱਛਦੇ ਨੇ ਸੁਕਰਾਤ ਤੈਨੂੰ ਕੀ ਹੋ ਗਿਆ? ਇੰਨੀ ਲੜਾਕੀ ਪਤਨੀ ਨਾਲ ਦਿਨ ਕਿਵੇਂ ਕੱਟ ਰਿਹਾ? ਕਹਿੰਦਾ ਇਹ ਤਾਂ ਕਸਵੱਟੀ ਆ, ਇਹਦੇ ਕਰਕੇ ਮੈਨੂੰ ਪਛਾਣ ਆਉਂਦੀ ਆ ਸੁਕਰਾਤ, ਤੂੰ ਕ੍ਰੋਧ ਕਰਦਾ ਜਾਂ ਨਹੀਂ ਕਰਦਾ। ਇਹ ਪ੍ਰੀਖਿਆ ਲੈਂਦੀ ਰਹਿੰਦੀ ਵਾਰ-ਵਾਰ ਮੇਰੀ, ਤੇ ਇਹ ਤਾਂ ਕਸਵੱਟੀ ਆ। ਰਾਮ ਕਸੌਟੀ ਸੋ ਸਹੈ ਜੋ ਮਰਜੀਵਾ ਹੋਏ। ਐਸੇ ਐਸੇ ਨਾ ਰੱਬ ਦੇ ਪਿਆਰੇ, ਇਹਨਾਂ ਨੂੰ ਪੜ੍ਹਨ ਨਾਲ ਪਤਾ ਕੀ ਮਿਲਦਾ ਹੈ? ਪੈਸੇ ਤਾਂ ਨਹੀਂ ਮਿਲਦੇ, ਚੰਗੀਆਂ ਕਿਤਾਬਾਂ ਨੂੰ ਪੜ੍ਹਨ ਦੇ ਪੈਸੇ ਨਹੀਂ ਮਿਲਦੇ, ਪਰ ਜੋ ਮਿਲਦਾ ਉਹ ਪੈਸਿਆਂ ਨਾਲ ਨਹੀਂ ਮਿਲਦਾ। ਜੋ ਇਹਨਾਂ 'ਚੋਂ ਮਿਲਦਾ ਪੜ੍ਹ ਕੇ ਉਹ ਪੈਸਿਆਂ ਨਾਲ ਨਹੀਂ ਮਿਲਦਾ। ਇਹ ਐਸੀਆਂ ਚੀਜ਼ਾਂ ਨੇ। ਤਿੰਨ ਵਿਟਹੁ ਨਾਨਕ ਵਾਰਿਆ, ਸਦਾ ਸਦਾ ਕੁਰਬਾਨਾ। ਐਸਿਆਂ ਤੋਂ ਹੀ ਕਹਿੰਦੇ ਅਸੀਂ, ਐਸੇ ਸੰਤਾਂ ਤੋਂ ਹੀ, ਸੰਤ ਸੁਕਰਾਤ ਜੀ ਵਰਗੇ, ਸੰਤ ਕਬੀਰ ਜੀ ਵਰਗੇ, ਭਗਤ ਫਰੀਦ ਜੀ ਵਰਗੇ, ਭਗਤ ਰਵਿਦਾਸ ਜੀ ਵਰਗੇ, ਸਦਨਾ ਜੀ, ਸੈਨ ਜੀ, ਬੇਣੀ ਜੀ, ਭੀਖਨ ਜੀ,
ਭਗਤ ਧੰਨਾ ਜੀ, ਭਗਤ ਸੂਰਦਾਸ ਜੀ, ਇਹਨਾਂ ਤੋਂ ਸਦਕੇ ਜਾਈਏ। ਜੋ ਹਰ ਤੇਰੀ ਉਸਤਤ ਹੈ, ਜੋ ਹਰ ਪ੍ਰਭ ਭਾਵੈ, ਜੋ ਗੁਰਮੁਖ ਪਿਆਰਾ ਸੇਵ ਦੇ ਤਿਨ ਹਰ ਫਲ ਪਾਵੈ। ਜਿਨ੍ਹਾਂ ਹਰ ਸੇਤੀ ਪਿਰਹੜੀ ਤਿਨਾ ਜੀ ਪ੍ਰਭ ਨਾਲੇ, ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ। ਗੁਰਮੁਖਾਂ ਤੋਂ ਪੁੱਛੋ ਜ਼ਿੰਦਗੀ ਕੀ ਆ, ਕਹਿਣਗੇ ਬੰਦਗੀ ਜ਼ਿੰਦਗੀ ਆ। ਪੁੱਛੋਗੇ ਜੀਵਨ ਦਾ ਮਕਸਦ ਕੀ ਆ, ਕਹਿਣਗੇ ਭਜਨ ਬੰਦਗੀ ਤੋਂ ਬਿਨਾ ਹੋਰ ਖਿਆਲ ਦਿਲ 'ਚ ਨਾ ਲਿਆ, ਇਹੀ ਜ਼ਿੰਦਗੀ ਆ। ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਘੁੰਮ ਜਾਇਆ, ਓਏ ਆਪ ਛੁੱਟੇ ਪਰਿਵਾਰ ਸਿਉ ਸਭ ਜਗਤ ਛਡਾਇਆ। ਉਹ ਆਪ ਵੀ ਛੁੱਟ ਗਏ ਨੇ, ਪਰਿਵਾਰ ਵੀ ਉਹਨਾਂ ਨੇ ਛਡਾ ਲਿਆ ਹੈ, ਕੁਲਾਂ ਵੀ ਉਹਨਾਂ ਨੇ ਤਰਾ ਲਈਆਂ ਨੇ ਗੁਰੂ ਤੋਂ। ਗੁਰ ਪਿਆਰੇ ਹਰ ਸੇਵਿਆ, ਗੁਰ ਧਨ ਗੁਰ ਧੰਨੂ। ਗੁਰ ਹਰ ਮਾਰਗ ਦੱਸਿਆ, ਗੁਰ ਪੁੰਨ ਵੱਡ ਪੁੰਨੂ। ਦੁਨੀਆ ਤੇ ਸਭ ਤੋਂ ਵੱਡਾ ਪੁੰਨ ਕੀ ਆ? ਕੁਝ ਪੁੱਛੇ ਦੁਨੀਆ ਤੇ ਸਭ ਤੋਂ ਵੱਡਾ ਪੁੰਨ ਕੀ ਆ? ਗੁਰੂ ਦੇ ਦੱਸੇ ਰਾਹ ਤੇ ਟੁਰਨਾ ਦੁਨੀਆ ਦਾ ਸਭ ਤੋਂ ਵੱਡਾ ਪੁੰਨ ਹੈ। ਗੁਰੂ ਦਾ ਕਹਿਣਾ ਮੰਨਣਾ ਦੁਨੀਆ ਦਾ ਸਭ ਤੋਂ ਵੱਡਾ ਪੁੰਨ ਆ। ਇਹ ਕਹਿਣੇ ਵਿੱਚ ਮਾਂ ਪਿਓ ਦੀ ਸੇਵਾ ਵੀ ਆ ਜਾਂਦੀ ਆ। ਇਹ ਕਹਿਣੇ ਵਿੱਚ ਆਪਾਂ ਪਰਾਇਆ ਹੱਕ ਨਹੀਂ ਖਾਣਾ, ਕਿਰਤ ਕਮਾਈ ਕਰਨੀ ਆ, ਇਹ ਵੀ ਆ ਜਾਂਦਾ ਹੈ। ਇਹ ਕਹਿਣੇ ਦੇ ਵਿੱਚ ਸਦਾ ਖੁਸ਼ ਰਹਿਣਾ ਤੇ ਦੂਜਿਆਂ ਨੂੰ ਖੁਸ਼ ਰੱਖਣਾ, ਇਹ ਵੀ ਆ ਜਾਂਦਾ ਹੈ। ਗੁਰੂ ਦੇ ਕਹਿਣੇ ਵਿੱਚ ਭਜਨ ਬੰਦਗੀ ਕਰਨੀ, ਇਹ ਵੀ ਆ ਜਾਂਦੀ ਆ। ਗੁਰੂ ਦੇ ਬਚਨਾਂ ਵਿੱਚ ਕੌੜਾ ਨਹੀਂ ਬੋਲਣਾ, ਝੂਠ ਨਹੀਂ ਬੋਲਣਾ, ਝੂਠੀ ਗਵਾਹੀ ਨਹੀਂ ਦੇਣੀ, ਕਿਸੇ ਦਾ ਮੂੰਹ ਨਹੀਂ ਫਿਟਕਾਰਨਾ, ਇਹ ਸਭ ਚੀਜ਼ਾਂ ਆ ਜਾਂਦੀਆਂ ਨੇ। ਦੁਨੀਆ ਦਾ ਸਭ ਤੋਂ ਵੱਡਾ ਪੁੰਨ ਕੀ ਹੈ? ਉਹਦਾ ਇੱਕੋ ਇੱਕ ਉੱਤਰ ਹੈ, ਗੁਰੂ ਦਾ ਬਚਨ ਮੰਨਣਾ। ਬਾਕੀ ਪੁੰਨ ਦੇ ਵਿੱਚ ਹੀ ਆ ਜਾਂਦੇ ਨੇ। ਗੁਰੂ ਦਾ ਬਚਨ ਮੰਨਣਾ ਸਭ ਤੋਂ ਵੱਡੀ ਸੇਵਾ ਹੈ। ਉਹਦੇ ਵਿੱਚ ਸਾਰੀਆਂ ਸੇਵਾਵਾਂ ਆ ਜਾਂਦੀਆਂ ਨੇ। ਦੁਨੀਆ 'ਚ ਸਭ ਤੋਂ ਬੁਰਾ ਕੀ ਹੈ? ਰੱਬ ਨੂੰ ਭੁੱਲ ਜਾਣਾ। ਗੁਰੂ ਦਾ ਕਹਿਣਾ ਨਾ ਮੰਨਣਾ ਸਭ ਤੋਂ ਬੁਰਾ ਹੈ। ਧੰਨ ਬਾਬਾ ਆਨੰਦ ਸਿੰਘ ਜੀ ਦੇ ਬਚਨ ਨੇ। ਕੋਈ ਆਇਆ ਚੱਲ ਕੇ ਉਹਨਾਂ ਦੇ ਜੀਵਨ ਦੀ ਗਾਥਾ, ਕਹਿੰਦੇ ਮਹਾਂਪੁਰਸ਼ੋ ਦੁਨੀਆ 'ਚ ਸਭ ਤੋਂ ਬੁਰਾ ਕੀ ਆ? ਕਹਿੰਦੇ ਇੱਕੋ ਗੱਲ 'ਚ ਨਿਬੇੜ ਦਿੱਤਾ, ਰੱਬ ਨੂੰ ਭੁੱਲ ਜਾਣਾ ਸਭ ਤੋਂ ਬੁਰਾ ਹੈ। ਇਹਨਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਰੱਬ ਦੇ ਪਿਆਰਿਆਂ ਦੀਆਂ, ਉਹ ਬਹੁਤ ਉੱਚੀਆਂ ਹੁੰਦੀਆਂ ਨੇ, ਸਾਡੇ ਤਾਂ ਦੀ ਲੰਘ ਜਾਂਦੀਆਂ ਨੇ। ਅਸੀਂ ਉੱਥੇ ਪਹੁੰਚੇ ਨਹੀਂ ਹੁੰਦੇ। ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਗੁਰ ਹਰ ਮਾਰਗ ਦੱਸਿਆ, ਗੁਰ ਪੁੰਨ ਵੱਡ ਪੁੰਨੂ। ਜੋ ਗੁਰ ਸਿੱਖ ਗੁਰ ਸੇਵਦੇ ਸੇ ਪੁੰਨ ਪਰਾਣੀ। ਜਿਨ੍ਹਾਂ ਨੇ ਗੁਰੂ ਨੂੰ ਸੇਵਿਆ ਸਭ ਤੋਂ ਵੱਡੇ ਪੁੰਨ ਹੀ ਉਹਨਾਂ ਕੀਤੇ ਨੇ। ਜਨ ਨਾਨਕ ਤਿਨ ਕੋ ਵਾਰਿਆ, ਸਦਾ ਸਦਾ ਕੁਰਬਾਨੀ। ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਾਈਆਂ। ਹਰ ਦਰਗਹਿ ਪਹਿਨਾਈਆਂ, ਹਰ ਆਪ ਗਲ ਨਾਈਆਂ। ਗੁਰੂ ਤਾਂ ਚਾਹੁੰਦਾ ਹੈ ਕਿ ਤੁਸੀਂ ਉਹਦੇ ਗਲੇ ਲੱਗੋ। ਗੁਰੂ ਤਾਂ ਸਦਾ ਹੀ ਬਾਹਾਂ ਵੀ ਫੈਲਾਈਆਂ ਹੋਈਆਂ ਨੇ, ਖੜਾ ਵੀ ਆ, ਆਵਾਜ਼ਾਂ ਵੀ ਮਾਰ ਰਿਹਾ। ਗੁਰੂ ਨਾ ਰੋਜ਼ ਆਵਾਜ਼ਾਂ ਮਾਰਦਾ ਹੈ, ਰੋਜ਼। ਸਾਰੇ ਧਰਮਾਂ ਦਾ ਸਾਨੂੰ ਸਤਿਕਾਰ ਕਰਨਾ ਆਉਣਾ ਚਾਹੀਦਾ ਹੈ। ਆਪਣੇ ਧਰਮ 'ਚ ਅਸੀਂ ਪੱਕੇ ਚਾਹੀਦੇ ਹਾਂ, ਗੱਲ ਇਹ ਹੁੰਦੀ ਆ। ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰਨਾ ਹੈ, ਪਰ ਆਪਦੇ ਧਰਮ ਦੇ ਵਿੱਚ ਅਸੀਂ ਪਰਪੱਖ ਰਹਿਣਾ ਹੈ। ਕਈ ਵਾਰੀ ਅਸੀਂ ਕਿਸੇ ਧਰਮ ਨੂੰ ਨੀਚਾ ਦਿਖਾਉਣ ਲੱਗ ਜਾਂਦੇ ਹਾਂ। ਗੁਰਸਿੱਖ ਨਹੀਂ ਐਵੇਂ ਕਰਦੇ ਹੁੰਦੇ। ਤਾਂ ਕਦੇ ਪਰਮਾਤਮਾ ਕੁਰਾਨ ਵਿੱਚੋਂ ਆਵਾਜ਼ਾਂ ਮਾਰ ਰਿਹਾ ਕਿ ਤੂੰ ਆ ਤਾਂ ਸਹੀ। ਕਦੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਆਵਾਜ਼ ਮਾਰਦਾ ਹੈ, ਕਿਤੇ 10ਮ ਗ੍ਰੰਥ ਵਿੱਚੋਂ ਆਵਾਜ਼ਾਂ ਮਾਰਦਾ ਹੈ, ਕਿਤੇ ਭਾਈ ਗੁਰਦਾਸ ਦੀਆਂ ਵਾਰਾਂ ਰਾਹੀਂ, ਕਿਤੇ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਰਾਹੀਂ, ਕਿਤੇ ਕਿਤੇ ਭਾਗਵਤ ਗੀਤਾ ਰਾਹੀਂ, ਕਿਤੇ ਬਾਈਬਲ ਰਾਹੀਂ। ਪਰਮਾਤਮਾ ਕਹਿੰਦਾ ਤੂੰ ਆ ਤਾਂ ਸਹੀ, ਆਵਾਜ਼ਾਂ ਮਾਰ ਰਿਹਾ। ਇਸ ਕਰਕੇ ਬੰਦਾ ਨਹੀਂ ਮਤਲਬ ਕਿ ਉਧਰ ਧਿਆਨ ਨਹੀਂ ਦਿੰਦਾ। ਉਹਨੇ ਬਾਹਾਂ ਵੀ ਫੈਲਾਈਆਂ ਨੇ, ਆਵਾਜ਼ਾਂ ਵੀ ਮਾਰ ਰਿਹਾ।
ਪਰ ਅਸੀਂ ਉਹਦੇ ਲਾਗੇ ਤਾਗੇ ਨਹੀਂ ਜਾਂਦੇ, ਨੇੜੇ ਨਹੀਂ ਜਾਣਾ ਚਾਹੁੰਦੇ। ਇੱਕ ਘਟਨਾ ਹੈ, ਉਹਦੇ ਨਾਲ ਹੋਰ ਪ੍ਰੇਰਨਾ ਤੁਹਾਨੂੰ ਮਿਲ ਜਾਵੇਗੀ। ਵੈਸੇ ਕਿਸੇ ਦੀ ਹੱਡ ਬੀਤੀ ਹੈ ਇਹ, ਪਰ ਉਹਦੇ ਵਿੱਚੋਂ ਜੋ ਸਿੱਟਾ ਨਿਕਲਦਾ ਹੈ ਉਹ ਬੜਾ ਗੁਰੂ ਨਾਲ ਜੋੜਦਾ ਹੈ। ਇੱਕ ਨੌਜਵਾਨ ਸੀ, ਕੋਈ ਘਰ ਵਿੱਚ ਬੜੀ ਗਰੀਬੀ ਸੀ ਉਹਦੇ, ਬਹੁਤ ਜ਼ਿਆਦਾ। ਅਤੇ ਮਾਂ ਨੂੰ ਕਹਿਣ ਲੱਗਾ, ਮਾਂ ਇਉਂ ਕਰਦਾ ਮੈਂ ਪ੍ਰਦੇਸ਼ ਚਲਿਆ ਜਾਂਦਾ ਅਤੇ ਆਪਣੀ ਗਰੀਬੀ ਦੂਰ ਹੋ ਜਾਏਗੀ। ਉਹ ਸਭ ਨੇ ਪੈਸੇ ਫੜ ਕੇ ਨਾ ਇੱਦਾਂ ਤੋਰ ਦਿੱਤਾ। ਬਹੁਤੇ ਘਰਾਂ ਨਾਲ ਇਵੇਂ ਹੁੰਦਾ, ਇਹ ਆਪਣੀਆਂ ਹੀ ਕਹਾਣੀਆਂ ਨੇ। ਦੇਸ਼ ਛੱਡਣਾ ਸੌਖਾ ਨਹੀਂ ਹੁੰਦਾ, ਬਾਹਰ ਜਾ ਕੇ ਪਤਾ ਲੱਗਦਾ ਕਿ ਘਰ ਕੀ ਹੁੰਦਾ। ਘਰ ਛੱਡਣ ਤੋਂ ਬਾਅਦ ਘਰ ਦੀ ਅਹਿਮੀਅਤ ਪਤਾ ਲੱਗਦੀ ਆ। ਚਲਾ ਗਿਆ, ਫੋਰਨ ਕੰਟਰੀ ਚਲਾ ਗਿਆ, ਉੱਥੋਂ ਦੇ ਕਾਨੂੰਨ ਥੋੜ੍ਹੇ ਸਖਤ ਸੀ। ਕੋਈ ਗਲਤੀ ਅਚਨਚੇਤ ਹੋ ਗਈ, ਕਰਨੀ ਨਹੀਂ ਸੀ ਚਾਹੁੰਦਾ ਅਤੇ ਜੇਲ੍ਹ ਹੋ ਗਈ। ਆਇਆ ਸੀ ਪੈਸੇ ਕਮਾਉਣ, ਜੱਜ ਨੇ ਜਿਹੜੀ ਫੈਸਲਾ ਸੁਣਾਇਆ ਵੀ 3 ਸਾਲ ਤੈਨੂੰ ਜੇਲ੍ਹ ਹੋਣੀ ਆ। ਮਸਾਂ ਉਹਨੇ ਕੱਢੇ 3 ਸਾਲ। ਰੋ ਰਿਹਾ ਸੀ ਕਿ ਘਰ ਦੇ ਉਡੀਕਦੇ ਪਏ ਹੋਣਗੇ ਵੀ ਪੁੱਤਰ ਨੇ ਕਮਾਈ ਕਰਕੇ ਲਿਆਉਣੀ ਆ, 3 ਸਾਲਾਂ ਬਾਅਦ ਆਊਗਾ, ਕੁਝ ਲੈ ਕੇ ਆਊਗਾ। ਬਾਹਰ ਆਇਆ, ਜੇਲ੍ਹ 'ਚੋਂ ਚਿੱਠੀ ਲਿਖੀ ਮਾਂ ਅਤੇ ਪਿਤਾ ਨੂੰ ਕਿ ਦੇਖੋ ਮੇਰੇ ਤੋਂ ਗਲਤੀ ਹੋ ਗਈ, 3 ਸਾਲ ਮੈਂ ਜੇਲ੍ਹ 'ਚ ਬੰਦ ਰਿਹਾ ਅਤੇ ਹੁਣ ਤੁਸੀਂ ਇਉਂ ਕਰੋ, ਜੇ ਤਾਂ ਮੈਨੂੰ ਕਬੂਲ ਚਾਹੁੰਦੇ ਹੋ ਵੀ ਮੈਂ ਕਬੂਲ ਹਾਂ ਇਹ ਗਲਤੀਆਂ ਨਾਲ, ਪੈਸਾ ਮੇਰੇ ਕੋਲ ਕੋਈ ਨਹੀਂ। ਆਪਣੇ ਘਰ ਦੇ ਬਾਹਰ ਸਟੇਸ਼ਨ 'ਤੇ ਇੱਕ ਦਰਖਤ ਹੈ, ਮੈਂ ਟ੍ਰੇਨ 'ਚ ਬਹਿ ਕੇ ਆਵਾਂਗਾ, ਉਹਦੇ ਨਾਲ ਚਿੱਟਾ ਕੱਪੜਾ ਬੰਨ੍ਹ ਦਿਓ। ਮੈਂ ਬਾਰੀ 'ਚੋਂ ਵੇਖੂੰਗਾ, ਬਾਰੀ 'ਚੋਂ ਧਾ ਕੇ ਦੇਖੂੰਗਾ ਕਿ ਜੇ ਚਿੱਟਾ ਕੱਪੜਾ ਬੰਨਾਂ ਅਤੇ ਮੈਂ ਸਟੇਸ਼ਨ 'ਤੇ ਉਤਰੂੰਗਾ, ਜੇ ਨਾ ਬੰਨਿਆ ਹੋਇਆ ਨਾ ਅਤੇ ਫਿਰ ਨਹੀਂ ਮੈਂ ਉਤਰਨਾ, ਫਿਰ ਮੈਂ ਘਰੇ ਨਹੀਂ ਆਵਾਂਗਾ। ਸਮਝ ਲਓ ਤੁਸੀਂ ਮੈਨੂੰ ਮਾਫ਼ ਹੀ ਨਹੀਂ ਕੀਤਾ। ਘਰਦਿਆਂ ਨੇ ਫਿਰ ਕੀ ਕੀਤਾ, ਚਿੱਠੀ ਪੜ੍ਹੀ। ਇਹ ਟ੍ਰੇਨ 'ਚ ਬਹਿ ਕੇ ਆ ਰਿਹਾ, ਬਾਰ-ਬਾਰ ਬਾਹਰ ਝਾਕ ਰਿਹਾ। ਉਹ ਸਾਰੇ ਪੁੱਛ ਰਹੇ ਨੇ ਤੂੰ ਜਾਣਾ ਕਿੱਥੇ ਆ? ਕਹਿੰਦਾ ਜਾਣਾ ਤਾਂ ਅਗਲੇ ਸਟੇਸ਼ਨ 'ਤੇ ਹੀ ਆ। ਅਤੇ ਮੁਸਾਫਰ ਕਹਿੰਦੇ ਤੂੰ ਫਿਰ ਬਹਿ ਜਾ, ਹਜੇ ਬਾਟ ਪਈ ਆ। ਇਹਨੂੰ ਬੜੀ ਅੰਦਰ ਹੈ ਵੀ ਦੂਰੋਂ ਹੀ ਦੇਖ ਲਵਾਂ ਮੈਂ ਵੀ ਕਿਵੇਂ ਉਹਨਾਂ ਦਾ ਫੈਸਲਾ ਕੀ ਆ ਮਾਂ ਪਿਓ ਦਾ। ਆ ਰਿਹਾ, ਨੇੜੇ ਆ ਗਈ ਟ੍ਰੇਨ। ਉਹ ਬੋਹੜ ਦਾ ਦਰਖਤ ਸੀ, ਉਹਦੀ ਹਰ ਇੱਕ ਟਾਹਣੀ ਦੇ ਨਾਲ ਚਿੱਟੇ ਰੰਗ ਦੇ ਕੱਪੜੇ ਪਾੜ ਕੇ ਲੀਰਾਂ ਬਣਾ ਕੇ ਬੰਨੇ ਹੋਏ ਨੇ ਵੀ ਕਿਤੇ ਮੇਰੇ ਪੁੱਤ ਨੂੰ ਇਹ ਨਾ ਹੋਵੇ ਕੱਪੜਾ ਦਿਖੇ ਹੀ ਨਾ ਅਤੇ ਅੱਗੇ ਲੰਘ ਜੇ। ਹਰ ਇੱਕ ਟਾਹਣੀ ਦੇ ਨਾਲ ਬੰਨੇ ਹੋਏ ਨੇ। ਇਹ ਸਟੇਸ਼ਨ 'ਤੇ ਉਤਰਿਆ, ਮਾਂ ਪਿਓ ਨੂੰ ਮਿਲਿਆ, ਉਹਨਾਂ ਮਾਫ਼ ਕਰ ਦਿੱਤਾ। ਇਹ ਇੱਕ ਦੁਨਿਆਵੀ ਘਟਨਾ ਹੈ ਜਿਹੜੀ ਇਹਦੇ ਵਿੱਚੋਂ ਮੈਨੂੰ ਗੱਲ ਲੱਭੀ ਹੈ। ਮਹਾਂਪੁਰਸ਼ਾਂ ਨੇ ਇਹਦਾ ਨਤੀਜਾ ਕੱਢਿਆ ਹੈ। ਉਹ ਕਹਿੰਦੇ ਜਿਵੇਂ ਮਾਂ ਪਿਓ ਗਲਤੀਆਂ ਮਾਫ਼ ਕਰਕੇ ਹਰ ਇੱਕ ਟਾਹਣੀ ਦੇ ਨਾਲ ਕੱਪੜਾ ਬੰਨ੍ਹ ਕੇ ਕਹਿ ਰਹੇ ਨੇ ਤੂੰ ਆ ਸਹੀ, ਆਗੇ ਸਮਝ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨ ਕੀਤੀ। ਕੋਈ ਗੱਲ ਨਹੀਂ ਜੇ ਪਿਛਲੀ ਉਮਰ 3 ਸਾਲ ਤੂੰ ਗਲਤੀਆਂ 'ਚ ਕੱਢ ਤੇ, ਪਰ ਤੂੰ ਆ ਤਾਂ ਸਹੀ। ਆਗੇ ਸਮਝ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਇਸ ਕਰਕੇ ਗੁਰੂ ਸਾਹਿਬ ਸਾਨੂੰ ਆਵਾਜ਼ਾਂ ਮਾਰਦੇ ਨੇ, ਕਦੇ ਕੁਰਾਨ ਸ਼ਰੀਫ ਰਾਹੀਂ, ਕਦੇ ਗੁਰੂ ਗ੍ਰੰਥ ਸਾਹਿਬ ਰਾਹੀਂ। ਪਰਮਾਤਮਾ ਰੋਜ਼ ਆਵਾਜ਼ ਦੇ ਰਿਹਾ ਤੂੰ ਆ ਸਹੀ, ਆ ਸਹੀ। ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੇ। ਪਰ ਬੰਦਿਆਂ ਦਾ ਸੁਭਾਅ ਥੋੜ੍ਹਾ ਹੋਰ ਹੈ। ਪਾਨ ਸੁਪਾਰੀ ਖਾਤੀਆਂ, ਮੁਖ ਬੀੜੀਆਂ ਲਾਈਆਂ, ਹਰ ਕਦੇ ਨਾ ਚੇਤੇ ਉਹ ਜਮ ਪਕੜ ਚਲਾਈਆਂ। ਉਹ ਉਹਦੀ ਆਵਾਜ਼ ਨਹੀਂ ਸੁਣਦੇ, ਉਹਨਾਂ ਦੇ ਕੰਨ ਬੋਲੇ ਨੇ। ਉਹ ਉਹਨਾਂ ਨੂੰ ਉਹਨਾਂ ਦੀ ਜਿਹੜੀ ਬਾਹਾਂ ਫੈਲਾਈਆਂ ਨੇ ਰੱਬ ਦੀਆਂ ਉਹ ਨਹੀਂ ਦਿਖਦੀਆਂ। ਉਹ ਅੰਨੇ ਨੇ, ਮਨ ਕੇ ਅੰਧੇ ਨੇ। ਜਿਨ ਹਰ ਨਾਮਾ ਹਰ ਚੇਤਿਆ, ਹਿਰਦੈ ਉਰ ਧਾਰੇ। ਤਿੰਨ ਜਮ ਨੇੜ ਨਾ ਆਵੇ, ਗੁਰ ਸਿੱਖ ਗੁਰ ਪਿਆਰੇ। ਗੁਰੂ ਦੇ ਪਿਆਰੇ ਦੇ ਨੇੜੇ ਜਨਮ ਮਰਨ ਨਹੀਂ ਆਉਂਦਾ। ਹਰ ਕਾ ਨਾਮ ਨਿਧਾਨ ਹੈ, ਕੋਈ ਗੁਰਮੁਖ ਜਾਣੈ। ਨਾਨਕ ਜਿਨ ਸਤਿਗੁਰ ਭੇਟਿਆ, ਰੰਗ ਰਲੀਆ ਮਾਣੈ। ਜਿਹੜੇ ਗੁਰੂ ਨੂੰ ਮਿਲ ਪੈਂਦੇ ਨੇ ਮਨ ਕਰਕੇ, ਉਹਨਾਂ ਦੀ ਜ਼ਿੰਦਗੀ ਵਿੱਚ ਰੰਗ ਭਰੇ ਜਾਂਦੇ ਨੇ। ਉਹ ਨਿੱਤ ਹੀ ਖੁਸ਼ ਰਹਿੰਦੇ ਨੇ।
ਦੂਜਿਆਂ ਨੂੰ ਵੀ ਖੁਸ਼ ਰੱਖਦੇ ਨੇ। ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਓ, ਹੋਂ ਗੁਰ ਵਿਟਹੁ ਸਦਵਾਰਿਆ ਜਿਨੇ ਦਿੱਤੜਾ ਨਾਉ। ਗੁਰੂ ਤੋਂ ਕੁਰਬਾਨ ਜਾਈਏ ਜਿਨੇ ਵਾਹਿਗੁਰੂ ਮੰਤਰ ਬਖਸ਼ਿਆ ਹੈ। ਸੋ ਧੰਨ ਗੁਰੂ ਸਾਬਾਸ਼ ਹੈ ਹਰ ਦੇ ਸਨੇਹਾ। ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ। ਗੁਰੂ ਦੇ ਦਰਸ਼ਨ ਹੀ ਮੇਰੀ ਜ਼ਿੰਦਗੀ ਨੇ। ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ। ਜਿਨ ਸੁਣ ਸਿੱਖਾਂ ਗੁਰ ਮੰਨਿਆ ਤਿੰਨਾ ਭੁੱਖ ਸਭ ਜਾਵੀ। ਗੁਰੂ ਦੀ ਬਾਣੀ ਨੂੰ ਸੁਣ ਕੇ ਭੁੱਖਾਂ ਸਭ ਗਵਾਈਆਂ। ਰੋਟੀ ਦੀ ਭੁੱਖ ਤਾਂ ਬੰਦੇ ਨੂੰ ਲੱਗਣੀ ਹੋਈ ਆ, ਪਾਣੀ ਦੀ ਪਿਆਸ ਬੰਦੇ ਨੂੰ ਲੱਗਣੀ ਆ। ਇੱਥੇ ਹਉਮੈ ਦੀ ਭੁੱਖ ਨਹੀਂ ਲੱਗਦੀ, ਇਹ ਕਿਹਾ ਹੈ। ਉਹ ਲਾਲਚ ਦੀ ਭੁੱਖ ਨਹੀਂ ਲੱਗਦੀ, ਤ੍ਰਿਸ਼ਨਾ ਦੀ ਭੁੱਖ ਨਹੀਂ ਲੱਗਦੀ। ਰੋਟੀ ਦੀ ਭੁੱਖ ਤਾਂ ਲੱਗੇਗੀ ਹੀ ਪਿਆਰਿਓ। ਗੁਰੂ ਨਾਨਕ ਜੀ ਦੇ ਜੀਵਨ ਦੀ ਇੱਕ ਗਾਥਾ ਮੈਂ ਪੜ੍ਹੀ, ਬੜੀ ਪਿਆਰੀ ਆ। ਸਿਆਲਕੋਟ ਤੋਂ ਨਾ ਇੱਧਰ ਇੱਕ ਨਗਰ ਹੈ, ਕੋਈ ਇਲਾਕਾ ਹੈ, ਉੱਧਰ ਮਹਾਰਾਜ ਆਏ। ਨਾਲ ਭਾਈ ਸਾਹਿਬ ਭਾਈ ਮਰਦਾਨਾ ਜੀ ਸਨ। ਇੱਕ ਢੋਲਕੀ ਜਿਹੜਾ ਸੀ ਨਾ ਤੇ ਢੋਲ ਵਜਾਵੇ। ਗੁਰੂ ਨਾਨਕ ਜੀ ਕਹਿੰਦੇ ਵੀ ਤੂੰ ਕਿਉਂ ਇਹ ਵਜਾ ਰਿਹਾ? ਬਿਨਾਂ ਕਾਰਨ ਤੋਂ ਨਹੀਂ ਨਾ ਕੁਝ ਹੁੰਦਾ। ਕਹਿੰਦੇ ਇੱਥੇ ਇੱਕ ਫਕੀਰ ਆ, 40 ਦਿਨ ਉਹਨੇ ਰੋਟੀ ਨਹੀਂ ਖਾਧੀ। ਅੱਜ 41ਵਾਂ ਦਿਨ ਆ, ਉਹਨੇ ਬਾਹਰ ਆਉਣਾ ਹੈ। ਉਹਦੀ ਖੁਸ਼ੀ ਵਿੱਚ ਢੋਲ ਵੱਜ ਰਹੇ ਨੇ, ਲੋਕ ਇਕੱਠੇ ਹੋਣਗੇ। ਉਹਨੇ ਕਿਹਾ ਸੀ ਤੂੰ 41ਵੇਂ ਦਿਨ ਢੋਲ ਵਜਾਈ, ਲੋਕਾਂ ਨੂੰ ਇਕੱਠੇ ਕਰੀ, ਮੈਂ ਬਾਹਰ ਆਵਾਂਗਾ, ਮੇਰਾ ਸਵਾਗਤ ਹੋਵੇਗਾ। ਇੱਦਾਂ ਇੱਦਾਂ ਕਰਕੇ ਹਉਮੈ ਵਾਲੀ ਗੱਲ ਸੀ, ਇਹਦੇ ਵਿੱਚ ਹਉਮੈ ਹੈ। ਜੇ ਆਪਾਂ ਗੌਰ ਨਾਲ ਦੇਖੀਏ, ਜੇ ਕੋਈ ਭਜਨ ਬੰਦਗੀ ਕਰਦਾ 40 ਦਿਨਾਂ ਬਾਅਦ ਬਾਹਰ ਆਉਂਦਾ, ਉਹਨੂੰ ਢੋਲ ਵਜਾ ਕੇ ਦੱਸਣ ਦੀ ਲੋੜ ਕੀ ਆ ਕਿ ਮੈਂ 40 ਦਿਨ ਪਾਠ ਕੀਤਾ? ਇਵੇਂ ਥੋੜ੍ਹੀ ਹੁੰਦਾ। ਗੁਰੂ ਨਾਨਕ ਸਾਹਿਬ ਜੀ ਵੀ ਉੱਥੇ ਰੁਕ ਗਏ ਅਤੇ ਉਹ ਫਿਰ ਭੁੱਖਾ ਸੀ। 40 ਦਿਨਾਂ ਤੋਂ ਬਾਅਦ ਬਾਹਰ ਆਇਆ, ਲੋਕਾਂ ਨੇ ਮੱਥੇ ਟੇਕੇ, ਸਜਦਾ ਕੀਤਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਰੁਕ ਜਾਓ, ਇਹਨੂੰ ਮੱਥਾ ਨਾ ਟੇਕੋ, ਅਜੇ ਰੁਕ ਜਾਓ। ਕਹਿੰਦੇ ਇਹਨੇ ਤਾਂ ਖਾਣਾ ਖਾਧਾ ਹੈ, ਇਹਨੇ ਤਾਂ ਭੋਜਨ ਛਕਿਆ ਹੈ, ਅਤੇ ਕਹਿੰਦੇ ਇਹਨੂੰ ਮੱਥਾ ਕਿਉਂ ਟੇਕਦੇ ਹੋ? ਕਹਿੰਦੇ ਇਹਨੇ 40 ਦਿਨ ਰੋਟੀ ਨਹੀਂ ਖਾਧੀ ਅਤੇ ਉਦੋਂ ਬਾਅਦ ਇਹਨੇ ਚਲੀਹੇ ਕੱਢੇ ਨੇ, ਅਸੀਂ ਤਾਂ ਮੱਥਾ ਟੇਕ ਰਹੇ ਹਾਂ। ਗੁਰੂ ਨਾਨਕ ਜੀ ਕਹਿੰਦੇ ਇਹਨੇ ਤਾਂ ਰੋਟੀ ਖਾਧੀ ਹੈ, ਇਹਨੇ ਭੋਜਨ ਛਕਿਆ। ਉਹ ਬੜਾ ਗੁੱਸੇ 'ਚ ਆ ਗਿਆ। ਫਕੀਰ ਸੀ, ਭਾਵੇਂ ਬਾਣਾ ਫਕੀਰ ਵਾਲਾ ਪਾ ਕੇ ਕੋਈ ਫਕੀਰ ਥੋੜ੍ਹੀ ਹੋ ਜਾਏਗਾ। 5 ਕੱਕੇ ਪਾ ਕੇ ਵੀ ਕੋਈ ਆਪਾਂ ਕਹਿ ਨਹੀਂ ਸਕਦੇ ਵੀ ਉਹ ਕਬੂਲ ਹੋ ਗਿਆ ਗੁਰੂ ਨੂੰ, ਜ਼ਰੂਰੀ ਨਹੀਂ ਇਹ। ਤਾਂ ਉਹ ਵੀ ਫਿਰ ਅੱਗ ਉਹਦੇ ਅੰਦਰੋਂ ਨਿਕਲੀ। ਕਹਿੰਦਾ ਤੈਨੂੰ ਕਿਸੇ ਨੇ ਆਖਿਆ ਮੈਂ ਰੋਟੀ ਖਾਧੀ ਆ? ਮੈਂ ਤਾਂ 40 ਦਿਨ ਅੰਨ ਮੂੰਹ 'ਤੇ ਨਹੀਂ ਰੱਖਿਆ, ਭੋਜਨ ਦੀ ਬੁਰਕੀ ਨਹੀਂ ਖਾਧੀ, ਤੁਸੀਂ ਝੂਠ ਬੋਲ ਰਹੇ ਹੋ। ਗੁਰੂ ਨਾਨਕ ਜੀ ਕਹਿੰਦੇ ਨਹੀਂ ਨਹੀਂ, ਰੋਟੀ ਤਾਂ ਤੂੰ ਨਹੀਂ ਖਾਧੀ, ਪਰ ਹਉਮੈ ਵਾਲੀ ਰੋਟੀ ਤੂੰ ਖਾਧੀ ਆ। ਹੰਕਾਰ ਦਾ ਚੂਰਾ ਬਣਾ ਕੇ ਖਾਂਦਾ ਰਿਹਾ ਵੀ 40 ਦਿਨ ਮੈਂ ਇੱਦਾਂ ਬੰਦਗੀ ਕੀਤੀ ਆ, ਭੁੱਖਾ ਰਿਹਾ, ਮੇਰੇ ਵਰਗਾ ਕੋਈ ਨਹੀਂ। 41ਵੇਂ ਦਿਨ ਤੂੰ ਢੋਲਚੀ ਸੱਦ ਲਿਆ, ਢੋਲ ਵਜਾ ਕੇ ਪਿੰਡ ਦੇ ਲੋਕਾਂ ਨੂੰ ਦੱਸ ਰਿਹਾ ਕਿ ਮੇਰੇ ਜੈਸਾ ਕੋਈ ਨਹੀਂ। ਇਹ ਹੰਕਾਰ ਆ ਤੇਰਾ, ਹਉਮੈ ਆ ਗਈ ਇਹਦੇ ਵਿੱਚ। ਕਹਿੰਦੇ ਭੁੱਖਿਆਂ ਤੋਂ ਬਿਨਾਂ ਕਿੱਥੇ ਸਰ ਜੇਗਾ? 40 ਦਿਨ ਨਾ ਖਾਵੇਂਗਾ, 41ਵੇਂ ਦਿਨ ਤਾਂ ਖਾਵੇਂਗਾ ਨਾ। ਛੋਡੇ ਅੰਨ ਕਰੇ ਪਖੰਡ, ਅੰਨ ਨੂੰ ਛੱਡਣਾ, ਭੁੱਖੇ ਰਹਿਣਾ, ਇਹ ਕਿਹੜੀ ਬੰਦਗੀ ਹੈ? ਜੇ ਦੂਜੇ ਨੂੰ ਭੁੱਖੇ ਰੱਖਣਾ ਪਾਪ ਹੈ, ਆਪਣੇ ਆਪ ਨੂੰ ਭੁੱਖਾ ਰੱਖਣਾ ਪੁੰਨ ਕਿੱਥੋਂ ਹੋ ਗਿਆ ਸੰਤ ਜੀ? ਜੇ ਦੂਜੇ ਨੂੰ ਦੁਖੀ ਕਰਨਾ ਪਾਪ ਹੈ, ਭੋਜਨ ਨਾ ਦੇਣਾ, ਆਪਣੇ ਆਪ ਨੂੰ ਢਿੱਡ ਨੂੰ ਦੁਖੀ ਕਰਨਾ ਪੁੰਨ ਕਿੱਥੋਂ ਹੋ ਗਿਆ ਜੀ? ਫਿਰ ਫਕੀਰ ਨੂੰ ਸਮਝ ਆਈ ਗੁਰੂ ਨਾਨਕ ਦੀਆਂ ਗੁੱਝੀਆਂ ਰਮਜ਼ਾਂ ਨੂੰ, ਬੇਸਮਝ ਜ਼ਮਾਨਾ ਕੀ ਜਾਣੇ। ਫਿਰ ਸਮਝ ਆਈ ਕਿ ਮੈਂ ਤਾਂ ਗਲਤੀ ਕੀਤੀ। ਅੰਨ ਤੋਂ ਬਿਨਾਂ ਕਿੱਥੇ ਸਰਦਾ, ਪਾਣੀ ਤੋਂ ਬਿਨਾਂ ਕਿੱਥੇ ਸਰਦਾ। ਹਾਂ, ਇੰਨਾ ਕਾਹਨੂੰ ਸੰਕੋਚ ਨਾਲ ਖਾਵੋ, ਜਿਤਨਾ ਕੁ ਭੁੱਖਾ ਉਦੋਂ ਇੱਕ ਘੱਟ ਹੀ ਖਾਵੋ। ਇਹ ਫਰੀਦ ਜੀ ਸਾਨੂੰ ਦੱਸਦੇ ਨੇ, ਜਿਤਨੀ ਕੁ ਭੁੱਖ ਹੈ ਨਾ ਉਦੋਂ ਅੱਧੀ ਬੁਰਕੀ, ਅੱਧੀ ਰੋਟੀ ਘੱਟ ਹੀ ਖਾਵੋ, ਉਹ ਰੋਗ ਨਹੀਂ ਬਣੇਗੀ। ਜੇ ਉਹਨੂੰ ਰੱਜ ਕੇ ਇੱਦਾਂ ਪੈ ਜਾਣਾ ਹੈ ਫਿਰ ਥੋੜ੍ਹੀਆਂ ਹੋਰ ਗੱਲਾਂ ਨੇ। ਨਾ ਤਾਂ ਭੋਜਨ ਛੱਡਿਆ ਸਰੇਗਾ
ਤੇ ਜੇ ਤੁਸੀਂ ਭੋਜਨ ਬਹੁਤ ਖਾਵੋਗੇ, ਤੁਹਾਨੂੰ ਸੁਸਤੀ ਪਵੇਗੀ, ਚੌਂਕੜਾ ਨਹੀਂ ਵੱਜੇਗਾ, ਤਾਂ ਉਹਨੂੰ ਬੈਲੈਂਸ ਬਣਾ ਕੇ ਖਾਵੋ। 3.5 ਮਣ ਦੇਹੋਰੀ ਚੱਲੇ ਪਾਣੀ ਅੰਨ। ਇਹ ਗੱਡੀ ਫਰੀਦ ਜੀ ਕਹਿੰਦੇ ਅੰਨ ਤੇ ਪਾਣੀ ਨਾਲ ਰੁੜਨੀ ਹੈ। ਇਹ ਪੈਟਰੋਲ ਹੈ ਸਰੀਰ ਦਾ, ਇਦੋਂ ਬਿਨਾਂ ਨਹੀਂ ਚੱਲਦੀ। ਇਸ ਕਰਕੇ ਭੁੱਖਾ ਰਹਿਣਾ ਕੋਈ ਬੰਦਗੀ ਨਹੀਂ ਹੋ ਸਕਦੀ। ਬੰਦਗੀ ਕੁਝ ਹੋਰ ਹੈ। ਆਪਦੇ ਆਪ ਨੂੰ 40-40 ਦਿਨ ਭੁੱਖੇ ਰੱਖਣਾ, ਇਹ ਸਰੀਰ ਨੂੰ ਕਸ਼ਟ ਦੇਣਾ ਯੋਗ ਨਹੀਂ ਹੋ ਸਕਦਾ। ਗੁਰੂ ਨਾਨਕ ਜੀ ਕਹਿੰਦੇ ਜੋਗੀ ਜੀ ਅਸਲ ਯੋਗ ਹੈ ਆਪਦੀ ਹਉਮੈ ਨੂੰ ਛੱਡਣਾ, ਨਾ ਕਿ ਰੋਟੀ ਛੱਡਣੀ। ਇਹ ਆਖਿਆ ਸੀ। ਰੋਟੀ ਅੱਜ ਛੱਡ ਦੋਗੇ, 40 ਦਿਨ ਛੱਡਦੀ, 41ਵੇਂ ਦਿਨ ਤਾਂ ਖਾਓਗੇ ਨਾ। ਹਉਮੈ ਨੂੰ ਛੱਡਣਾ ਹੀ ਦੁਨੀਆ ਦਾ ਸਭ ਤੋਂ ਵੱਡਾ ਯੋਗ ਹੈ। ਇਹ ਯੋਗ ਕਮਾਓ ਜੀ। ਤੂੰ ਠਾਕੁਰ ਤੂੰ ਸਾਹਿਬੋ, ਤੂੰ ਹੈ ਮੇਰਾ ਮੀਰਾ, ਤੁਧ ਭਾਵੈ ਤੇਰੀ ਬੰਦਗੀ, ਤੂੰ ਗੁਣੀ ਗਹੀਰਾ। ਇਹ ਤੈਨੂੰ ਭਾਵੇ, ਤੈਨੂੰ ਚੰਗਾ ਲੱਗੇ, ਤੇ ਤਾਂ ਹੀ ਇਹ ਬੰਦਗੀ ਹੋਵੇਗੀ। ਤੂੰ ਗੁਣਾਂ ਦਾ ਸਾਗਰ ਹੈ, ਆਪੇ ਹਰ ਇੱਕ ਰੰਗ ਹੈ। ਨਿਰਗੁਣ ਸਰੂਪ 'ਚ ਤੂੰ ਇੱਕ ਹੀ ਹੈ, ਆਪੇ ਬਹੁ ਰੰਗੀ। ਸਰਗੁਣ ਸਰੂਪ 'ਚ ਤੇਰੇ ਬਹੁਤ ਰੰਗ ਨੇ। ਸਰਗੁਣ ਸਰੂਪ 'ਚ ਕੁਰਾਨ ਸ਼ਰੀਫ ਦੇ ਵਿੱਚ ਇੱਕ ਗੱਲ ਲਿਖੀ ਹੋਈ ਆ, ਕਹਿੰਦੇ ਕਿ ਦੁਨੀਆ ਦਾ ਸਾਰਾ ਖਿਲਾਰਾ ਅੱਲਾ ਜੀ ਤੁਹਾਡਾ ਹੀ ਆ। ਸਾਰੇ ਜਹਾਨਾਂ ਦੀ ਪਾਤਸ਼ਾਹੀ ਤੁਹਾਡੀ ਹੈ। ਸਾਰਾ ਖਿਲਾਰਾ ਜਿਤਨਾ ਵੀ ਆਪਾਂ ਦੇਖਦੇ ਹਾਂ, ਇਹ ਵੀ ਅੱਲਾ ਜੀ ਤੁਹਾਡਾ ਹੀ ਆ। ਗੁਰੂ ਨਾਨਕ ਸਾਹਿਬ ਜੀ ਨੂੰ ਇਵੇਂ ਕਹਿੰਦੇ ਨੇ, ਕੀਤਾ ਪਸਾਓ ਏਕੋ ਕਵਾਓ, ਤੈਸਤੇ ਹੋਏ ਲੱਖ ਦਰਿਆਓ। ਲੱਖਾਂ ਜ਼ਿੰਦਗੀਆਂ ਦੇ ਦਰਿਆ ਜਿਹੜੇ ਵਗਦੇ ਨੇ, ਇਹ ਤੈਥੋਂ ਹੀ ਵਗਦੇ ਨੇ, ਇਹ ਤੈਥੋਂ ਹੀ ਸਭ ਹੋ ਰਿਹਾ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ। ਜੋ ਤੂੰ ਕਰੇਂਗਾ, ਭਗਤ ਉਹਨੂੰ ਕਹਿਣਗੇ ਇਹ ਚੰਗਾ ਹੈ। ਆਮ ਬੰਦਾ ਨਹੀਂ ਕਹਿ ਸਕਦਾ। ਮੈਂ, ਤੁਸੀਂ, ਅਸੀਂ, ਸਾਡੇ ਨਾਲ ਕਈ ਵਾਰੀ ਕੁਝ ਹੋ ਗਿਆ, ਅਸੀਂ ਕਹਿਣਾ ਬਹੁਤ ਮਾੜਾ ਹੋ ਗਿਆ, ਬਹੁਤ ਮਾੜਾ ਹੋ ਗਿਆ। ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ। ਜੋ ਤੈਨੂੰ ਭਾਉਂਦਾ ਹੈ, ਜੋ ਤੂੰ ਕਰੇਂਗਾ ਉਹ ਚੰਗਾ ਹੀ ਆ। ਜੋ ਤੂੰ ਕੀਤਾ ਹੈ ਉਹ ਚੰਗਾ ਹੀ ਆ। ਜੋ ਤੂੰ ਮੇਰੇ ਲਈ ਅਗਾਂਹ ਕਰੇਂਗਾ ਚੰਗਾ ਹੀ ਹੋਵੇਗਾ। ਇਹ ਅਵਸਥਾ ਬੰਦਗੀ ਨਾਲ ਬਣਦੀ ਆ, ਸੰਗਤ ਵਿੱਚੋਂ ਬਣਦੀ ਆ। ਸਾਡੇ ਨਾਲ ਕੁਝ ਹੋ ਜੇ, ਆਪਾਂ ਕਹਿੰਦੇ ਹਾਂ ਬਹੁਤ ਮਾੜਾ ਹੋ ਗਿਆ, ਬਹੁਤ ਮਾੜਾ ਹੋ ਗਿਆ। ਇੱਦਾਂ ਰੱਬ ਨੇ ਸਾਡੇ ਨਾਲ ਕਰ ਦਿੱਤਾ। ਇੱਕ ਫਕੀਰ ਦੀ ਗਾਥਾ ਕਹਿ ਕੇ ਸਮਾਪਤੀ ਹੈ। ਇੱਕ ਫਕੀਰ ਸੀ ਤੇ ਉਹਦੇ ਨਾਲ ਕੁਝ ਚੇਲੇ। ਉਹ ਬੰਦਗੀ ਵਾਲਾ ਸੀ, ਬਹੁਤ ਬੰਦਗੀ ਉਹਨਾਂ ਕੀਤੀ। ਇੱਦਾਂ ਨਮਾਜ਼ ਪੜ੍ਹਦੇ ਹੁੰਦੇ ਸੀ, ਨਾਲ ਕੁਝ ਚੇਲੇ ਆ ਗਏ। ਦੇਖਾ ਦੇਖੀ, ਮਤਲਬ ਮਨ ਕਰਦਾ ਹੈ ਵਿਆਹੀ ਹੋਈ ਇਸਤਰੀ ਵੱਲ ਦੇਖ ਕੇ, ਕੁਆਰੀ ਇਸਤਰੀ ਦਾ, ਬੱਚੀਆਂ ਦਾ ਹੁੰਦਾ ਕਿ ਅਸੀਂ ਵੀ ਇੱਦਾਂ ਸ਼ਿੰਗਾਰ ਕਰੀਏ। ਅਤੇ ਬਾਅਦ ਵਿੱਚ ਜਦੋਂ ਕਬੀਲਦਾਰੀ ਸਿਰ ਪੈਂਦੀ ਆ, ਫਿਰ ਉਹ ਕਹਿੰਦੀਆਂ ਕਾਹਤੋਂ ਵਿਆਹੀਆਂ ਗਈਆਂ, ਕੁਆਰੀਆਂ ਹੀ ਠੀਕ ਸੀ। ਜਾਂ ਕੁਆਰੀ ਤਾਂ ਚਾਓ, ਵੀ ਵਾਹੀ ਤਾਂ ਮਾਮਲੇ। ਫਕੀਰਾਂ ਨੂੰ ਵੇਖ ਕੇ ਚੇਲੇ ਤਾਂ ਬਣ ਗਏ, ਅਤੇ ਕਈ ਦਿਨ ਰੋਟੀ ਨਾ ਮਿਲੀ ਉਹਨਾਂ ਨੂੰ। ਫਕੀਰ ਨੇ ਇੱਦਾਂ ਫਿਰ ਜ਼ਮੀਨ 'ਤੇ ਬਹਿ ਕੇ ਨਾ ਅਰਦਾਸ ਕੀਤੀ, ਕਹਿੰਦਾ ਹੇ ਖੁਦਾ ਤੇਰਾ ਸ਼ੁਕਰ ਹੈ, ਜੋ ਤੂੰ ਮੇਰੀ ਝੋਲੀ ਵਿੱਚ ਅੱਜ ਪਾਇਆ ਉਹ ਮੇਰੀ ਲੋੜ ਸੀ, ਤੇਰਾ ਸ਼ੁਕਰ ਹੈ। ਚੇਲਿਆਂ ਨੇ ਪਿੱਛੇ ਪਿੱਛੇ ਉਵੇਂ ਹੀ ਆਖਿਆ। ਸ਼ਾਮ ਹੋ ਗਈ, ਸ਼ਾਮ ਨੂੰ ਵੀ ਉਹ ਅਰਦਾਸ। ਰੋਟੀ ਉਹਨਾਂ ਨੂੰ ਕੋਈ ਮਿਲ ਨਹੀਂ ਰਹੀ, ਅਗਲੇ ਦਿਨ ਵੀ ਇਹੀ ਅਰਦਾਸ। ਜਦੋਂ ਕੀਤੀ ਫਕੀਰ ਨੇ, ਚੇਲੇ ਉੱਠ ਕੇ ਖੜ੍ਹੇ ਹੋ ਗਏ। ਕਹਿੰਦੇ ਕੀ ਖਾਕ ਝੋਲੀ 'ਚ ਪਾਇਆ ਸਾਡੇ ਰੱਬ ਨੇ? ਕੱਲ੍ਹ ਦੇ ਕਹੀ ਜਾਂਦੇ ਹੋ ਤੇਰਾ ਸ਼ੁਕਰ ਹੈ, ਸ਼ੁਕਰ ਹੈ, ਤੂੰ ਸਾਡੀ ਝੋਲੀ 'ਚ ਜੋ ਪਾਇਆ ਤੇਰਾ ਸ਼ੁਕਰ ਹੈ। ਚੇਲੇ ਕਹਿੰਦੇ ਕੀ ਪਾਇਆ ਸਾਡੀ ਝੋਲੀ 'ਚ? ਭੁੱਖ ਪਾਈ ਹੈ, ਕਿੰਨੇ ਦਿਨਾਂ ਦੇ ਭੁੱਖੇ ਆ। ਫਕੀਰ ਕਹਿੰਦਾ ਭੁੱਖ ਵੀ ਲੋੜ ਹੈ, ਭੁੱਖੇ ਰਹਿਣਾ ਕਈ ਦਿਨ ਲੋੜ ਸੀ, ਉਹਨੇ ਭੁੱਖ ਮੇਰੀ ਝੋਲੀ 'ਚ ਪਾਈ ਆ। ਫਕੀਰ ਕਹਿ ਸਕਦੇ ਨੇ ਗੱਲ, ਰੱਬ ਦੇ ਪਿਆਰੇ ਕਹਿ ਸਕਦੇ ਆ। ਉਹ ਚੇਲੇ ਉੱਠ ਕੇ ਖੜ੍ਹੇ ਹੋ ਗਏ, ਕਹਿੰਦੇ ਨਹੀਂ ਸਾਥੋਂ ਨਹੀਂ ਇਹ ਅਰਦਾਸ ਹੋਣੀ। ਤਾਂ ਮੈਂ ਇਹ ਕਹਿ ਰਿਹਾ, ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ। ਇਹ ਕਹਿਣ ਲਈ ਬੰਦਗੀ ਚਾਹੀਦੀ ਆ।
ਆਪਾਂ ਨਹੀਂ ਇਹ ਗੱਲਾਂ ਕਹਿ ਸਕਦੇ ਪਿਆਰਿਓ, ਅਸੀਂ ਤਾਂ ਜਦੇ ਹੀ ਕਹਿ ਦੇਣਾ ਬਹੁਤ ਮਾੜਾ ਹੋ ਗਿਆ। ਇਹਨੂੰ ਹੀ ਕਹਿੰਦੇ ਨੇ ਭਾਈ ਨੰਦ ਲਾਲ ਜੀ, ਭਜਨ ਬੰਦਗੀ ਵਾਲੇ ਰਾਹ 'ਤੇ ਟੁਰ ਬੰਦਿਆ, ਭਜਨ ਬੰਦਗੀ ਤੋਂ ਬਿਨਾਂ ਕੋਈ ਵੀ ਦਿਲ 'ਚ ਖਿਆਲ ਨਾ ਲੈ ਕੇ ਆ। ਰੱਬ ਦੇ ਪਿਆਰਿਆਂ ਦੀ ਧੂੜ ਜਿਹੜੀ ਉੱਡਦੀ ਆ ਉਹਨੂੰ ਆਪਣੀਆਂ ਅੱਖਾਂ 'ਚ ਪਾ, ਉਹਨੂੰ ਸੁਰਮਾ ਬਣਾ ਅਤੇ ਉਹ ਰਾਹ 'ਤੇ ਟੁਰ, ਰੱਬ ਦੇ ਪਿਆਰਿਆਂ ਜੈਸਾ ਸੁਭਾਅ ਬਣਾ। ਸੁਭਾਅ ਤੇਰਾ ਕੰਮ ਆਵੇਗਾ, ਚਿਹਰਾ ਝੁਰੜੀਆਂ ਪੈ ਜਾਣੀਆਂ, ਬੁੱਢਾ ਹੋ ਜਾਏਗਾ, ਸੁਭਾਅ ਸੋਹਣਾ ਬਣਾ। ਗੁਰੂ ਸੁਭਾਅ ਵੇਖਦਾ ਹੈ, ਚਿਹਰੇ ਨੂੰ ਤੁਹਾਡੇ ਨੂੰ ਕਿਹਨੇ ਦੇਖਣਾ। ਇਹ ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਗੁਰੂ ਸਾਹਿਬ ਕਿਰਪਾ ਕਰਨ, ਜੋ ਵੀ ਆਪਾਂ ਵਿਚਾਰ ਕੀਤੀ ਹੈ ਉਹ ਸਾਡੇ ਦਿਲਾਂ 'ਚ ਵਸੇ। ਗੁਰ ਸ਼ਬਦਾਂ ਦੀ ਕਮਾਈ ਕਰਕੇ ਅਸੀਂ ਵੀ ਆਪਣੇ ਜੀਵਨ ਨੂੰ ਸੋਹਣਾ ਬਣਾਉਣ ਦਾ ਯਤਨ ਕਰੀਏ। ਆਓ ਰਲ ਮਿਲ ਕੇ ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ, ਵਾਹਿਗੁਰੂ ਮੰਤਰ ਜਪੀਏ। ਰਲ ਮਿਲ ਕੇ ਕਹਿ ਲਈਏ, ਕੀ ਪਤਾ ਕਿਆ ਹੋਇਆ ਕਿ ਉਹਦੇ ਦਰ 'ਤੇ ਕਬੂਲ ਹੋ ਜਾਵੇ ਜੀ। ਦਿਓ ਸੱਜਣ ਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ